वाहिगुरु जी का खालसा वाहिगुरु जी की फतेह। आप ਸਰਬੱਤ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜੋ ਆਪ ਅੱਜ ਦੀ ਇਸ ਕਲਾਸ ਦੇ ਅੰਦਰ ਜਿੱਥੇ ਆਪਾਂ ਗੁਰੂ ਇਤਿਹਾਸ, ਸਿੱਖ ਇਤਿਹਾਸ, ਸਿੱਖ ਰਾਜ ਕਿਵੇਂ ਸਿੱਖ ਰਾਜ ਉਸ ਤੋਂ ਪਹਿਲਾਂ ਕੀ ਆਦਤਾਂ ਜੋ ਸਿੱਖਾਂ ਨੇ ਦਿੱਤੀਆਂ, ਕਿੰਨੀਆਂ ਕੁ ਕੁਰਬਾਨੀਆਂ ਸਿੱਖਾਂ ਨੇ ਆਪਣੇ ਜੀਵਨ ਦੇ ਅੰਦਰ ਦਿੱਤੀਆਂ, ਸਾਰਾ ਕੁਝ ਆਪਾਂ ਵਿਚਾਰ ਰਹੇ ਹਾਂ। ਕਿਵੇਂ ਮੀਰ ਮਨੂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਉਸ ਤੋਂ ਬਾਅਦ ਜਦੋਂ ਦੇਸ਼ ਦੇ ਅੰਦਰ ਅਫਰਾ ਤਫਰੀ ਦਾ ਮਾਹੌਲ ਬਣਿਆ ਤੇ ਸਿੱਖਾਂ ਨੇ ਕਿਵੇਂ ਆਪਣੀ ਤਾਕਤ ਜਿਹੜੀ ਹੈ ਉਹਨੂੰ ਇਕੱਠਿਆਂ ਕੀਤਾ, ਜਥੇਬੰਦੀ ਤਾਕਤ ਬਣ ਕੇ ਇੱਕ ਉਭਰੀ ਸਿੱਖ ਕੌਮ। ਤੇ ਕੱਲ ਜੋ ਆਪਾਂ ਇਤਿਹਾਸ ਵਿਚਾਰਿਆ, ਮੈਂ ਥੋੜਾ ਜਿਹਾ ਆਪ ਨਾਲ ਸਾਂਝਾ ਕਰਦਿਆਂ ਕਿ ਮੀਰ ਮਨੂ ਦੀ ਮੌਤ ਤੋਂ ਬਾਅਦ ਸਾਰਿਆਂ ਦਾ ਧਿਆਨ ਲਾਹੌਰ ਤੇ ਮੁਲਤਾਨ ਵੱਲ ਹੋ ਗਿਆ। ਮੀਰ ਮਨੂ ਦੀ ਬੇਗਮ ਆਪਣੇ ਆਪ ਨੂੰ ਸੂਬੇਦਾਰ ਬਣਾ ਕੇ ਬੈਠ ਗਈ। ਕਦੇ ਦਿੱਲੀ ਦਰਬਾਰ ਵੱਲੋਂ ਕੋਈ ਸੂਬੇਦਾਰ ਥਾਪਿਆ ਜਾਂਦਾ ਹੈ, ਇਹ ਵਾਰ-ਵਾਰ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਦੀ ਹੈ, ਵਾਰ-ਵਾਰ ਹਮਲੇ ਹੋ ਰਹੇ ਨੇ। ਇਹਨਾਂ 2-3 ਸਾਲਾਂ ਦੇ ਅੰਦਰ ਲਾਹੌਰ ਤੇ ਬੜੇ ਹਮਲੇ ਹੋਏ, ਬੜਿਆਂ ਨੇ ਆਪਣੇ ਆਪ ਨੂੰ ਸੂਬੇਦਾਰ ਬਣਾਇਆ। ਪਰ ਇਸੇ ਸਮੇਂ ਸਿੱਖ ਜਿਹੜੇ ਦੂਜੇ ਪਾਸੇ ਇੱਧਰ ਇਹ ਉਥਲ-ਪੁਥਲ ਚੱਲ ਰਹੀ ਹੈ ਤੇ ਦੂਜੇ ਪਾਸੇ ਸਿੱਖ ਆਪਣੀ ਤਾਕਤ ਨੂੰ ਮਜ਼ਬੂਤ ਕਰ ਰਹੇ ਨੇ। ਸਿੱਖਾਂ ਨੇ ਆਪਣੇ ਨੂੰ ਵੀ ਮਜ਼ਬੂਤ ਕੀਤਾ, ਆਪਣੀ ਤਾਕਤ ਨੂੰ ਵੀ ਮਜ਼ਬੂਤ ਕੀਤਾ। ਸਿੱਖਾਂ ਨੇ ਇੱਕ ਜਥੇਬੰਦਿਕ ਢਾਂਚਾ ਬਣ ਕੇ ਉੱਭਰੇ। ਸਿੱਖਾਂ ਨੇ ਵੀ ਬੜੇ ਇਲਾਕਿਆਂ ਨੂੰ ਕਬਜ਼ਾ ਕੀਤਾ, ਬੜੀ ਮਾਰ ਧਾੜ ਕੀਤੀ। ਖਾਸ ਕਰਕੇ ਜਿਨ੍ਹਾਂ ਨੇ ਮੀਰ ਮਨੂ ਕੋਲ ਸਿੱਖਾਂ ਦੀਆਂ ਚੁਗਲੀਆਂ ਕੀਤੀਆਂ ਸਨ, ਸ਼ਿਕਾਇਤਾਂ ਕੀਤੀਆਂ ਸਨ, ਉਹਨਾਂ ਸਾਰਿਆਂ ਨੂੰ ਸੋਧਿਆ, ਉਹਨਾਂ ਨੂੰ ਮਾਰਿਆ, ਉਹਨਾਂ ਨੂੰ ਲੁੱਟਿਆ। ਇਹਦੇ ਨਾਲ ਬਾਕੀਆਂ ਨੂੰ ਵੀ ਖਬਰ ਹੋ ਗਈ ਕਿ ਜੇ ਅਸੀਂ ਸਿੱਖਾਂ ਨਾਲ ਇਵੇਂ ਕਰਾਂਗੇ ਤੇ ਸਿੱਖ ਸਾਨੂੰ ਵੀ ਛੱਡਣਗੇ ਨਹੀਂ। ਉਹਨਾਂ ਨੂੰ ਵੀ ਇਹ ਜਿਹੜੀ ਖਬਰ ਸੀ ਇਹ ਹੋ ਗਈ। ਇਸੇ ਤਰ੍ਹਾਂ ਜਿਹੜਾ ਸਮਾਂ ਅੱਗੇ ਲੰਘਿਆ ਤੇ ਅੱਜ ਆਪਾਂ ਜੋ ਇਸ ਤੋਂ ਅਗਲਾ ਇਤਿਹਾਸ ਹੈ ਉਹਨੂੰ ਆਪਾਂ ਵਿਚਾਰਨਾ ਹੈ। ਸੋ ਸਤਿਗੁਰੂ ਰਹਿਮਤ ਕਰਨ। ਆਪ ਜੀ ਵਿਚਾਰਾਂ ਦੀ, ਇਸ ਇਤਿਹਾਸ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰ ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਦੇਖਿਆ ਕਿ ਕਿਵੇਂ ਮੋਮਨ ਖਾਂ ਇਹਨੇ ਸਿੱਖ ਤੇ ਇਹਦੇ ਕਾਬੂ ਨਹੀਂ ਆਉਂਦੇ ਸਨ, ਪਰ ਜਿਹੜੇ ਕਿਰਤੀ ਸਿੱਖ ਸਨ, ਕਿਰਤੀ ਦਾ ਭਾਵ ਹੈ ਕਿ ਜਿਹੜੇ ਆਪਣੀ ਕਿਰਤ ਕਰਦੇ ਨੇ, ਖੇਤੀਬਾੜੀ ਕਰਦੇ ਨੇ, ਆਪਣਾ ਕੰਮ ਧੰਦਾ ਕਰਦੇ ਨੇ, ਇਹਨੇ ਉਹ ਸਿੱਖ ਬੜੇ ਸਤਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਸਿੱਖਾਂ ਦਾ ਕਤਲੇਆਮ ਕਰਨਾ ਇਹਨੇ ਸ਼ੁਰੂ ਕਰ ਦਿੱਤਾ। ਮੋਮਨ ਖਾਂ ਨੇ ਸਿੱਖਾਂ ਦੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਸਤਾ ਰਿਹਾ ਹੈ, ਬੜਾ ਤੰਗ ਕਰਦਿਆ ਹੈ। ਇਹਨੇ ਜ਼ੋਰ ਹੋਰ ਵੀ ਬੜਾ ਲਾਇਆ ਸੀ ਕਿ ਚੌਧਰੀਆਂ ਨੂੰ ਕਿਹਾ ਕਿ ਸਿੰਘਾਂ ਨੂੰ ਫੜਾਓ ਤੇ ਤੁਹਾਨੂੰ ਇਨਾਮ ਦਿੱਤੇ ਜਾਣਗੇ, ਪਰ ਕੋਈ ਵੀ ਤਿਆਰ ਨਹੀਂ ਹੋਇਆ। ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਸਿੱਖਾਂ ਦੇ ਖਿਲਾਫ ਕੁਝ ਕਰਾਂਗੇ ਤੇ ਕੱਲ ਨੂੰ ਸਿੱਖ ਵੀ ਸਾਡੇ ਨਾਲ ਬਿਲਕੁਲ ਉਸੇ ਤਰ੍ਹਾਂ ਹੀ ਕਰਨਗੇ। ਮੋਮਨ ਖਾਂ ਨੇ ਵੀ ਸਿੱਖਾਂ ਦੇ ਰਿਸ਼ਤੇਦਾਰਾਂ ਉੱਤੇ ਬੜਾ ਜ਼ੁਲਮ ਕੀਤਾ। ਇੱਕ ਦਿਨ ਕੀ ਹੋਇਆ, ਨਵਾਬ ਕਪੂਰ ਸਿੰਘ, ਕਿਉਂਕਿ ਦਲ ਖਾਲਸੇ ਵਿੱਚ ਸੀ ਤੇ ਦਲ ਖਾਲਸੇ ਵਿੱਚ ਨਵਾਬ ਕਪੂਰ ਸਿੰਘ ਨੇ ਕਿਹਾ ਕਿ ਕੋਈ ਸੂਰਮਾ ਇਹੋ ਜਿਹਾ ਹੈ ਜਿਹੜਾ ਮੋਮਨ ਖਾਂ ਦਾ ਸਿਰ ਵੱਢ ਕੇ ਲੈ ਕੇ ਆਵੇ। ਦੇਖੋ, ਦੋ ਗੱਲਾਂ ਹੁੰਦੀਆਂ ਸਨ। ਇੱਕ ਪਹਿਲੀ ਗੱਲ ਇਹ ਹੁੰਦੀ ਹੈ ਵੀ ਕਿਸੇ ਨੂੰ ਜਾਊ ਉਹਦਾ ਸਿਰ ਵੱਢ ਦੇਣਾ, ਤੇ ਸਿੱਖ ਕੌਮ ਦੇ ਅੰਦਰ ਇਹ ਬੜੀ ਆਮ ਜੀ ਗੱਲ ਰਹੀ ਹੈ ਕਿ ਕੋਈ ਇਹੋ ਜਿਹਾ ਸੂਰ ਜਿਹੜਾ ਮੋਮਨ ਖਾਂ ਦਾ ਸਿਰ ਵੱਢ ਕੇ ਲਿਆਵੇ। ਸਿਰਫ ਸਿਰ ਵੱਢਣਾ ਨਹੀਂ, ਉਹਦਾ ਸਿਰ ਵੱਢ ਕੇ ਲੈ ਕੇ ਵੀ ਆਉਣਾ ਹੈ। ਜਿਵੇਂ ਮੱਸੇ ਰੰਗੜ ਦਾ ਸਿਰ ਵੱਢਣ ਦੇ ਵਾਸਤੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਆਏ। ਉੱਥੇ ਪੰਥ ਨੇ ਇਹ ਗੱਲ ਕਹੀ ਸੀ ਕਿ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਹੈ, ਵੱਢ ਕੇ ਨਹੀਂ ਆ ਜਾਣਾ। ਵੱਢ ਕੇ ਉਹ ਸਿੰਘ ਨੇਜੇ ਤੇ ਟੰਗ ਕੇ ਮੱਸੇ ਰੰਗੜ ਦਾ ਸਿਰ ਪੂਰਾ ਪੰਜਾਬ ਲੰਘ ਕੇ ਰਾਜਸਥਾਨ ਵਿੱਚ ਬੁੱਢਾ ਜੌੜ ਦੇ ਇਲਾਕੇ ਵਿੱਚ ਪਹੁੰਚੇ। ਵੇਖੋ, ਇੱਥੇ ਵੀ ਨਵਾਬ ਕਪੂਰ ਸਿੰਘ ਨੇ ਕਿਹਾ ਵੀ ਇਹੋ ਜਿਹਾ ਸੂਰਮਾ ਹੈ ਜਿਹੜਾ ਮੋਮਨ ਖਾਂ ਦਾ ਸਿਰ ਵੱਢ ਕੇ ਲਿਆਵੇ। ਭਾਈ ਮਣੀ ਸਿੰਘ ਜੀ ਦਾ ਭਤੀਜਾ ਸੀ, ਉਹਦਾ ਨਾਮ ਸੀ ਅਘੜ ਸਿੰਘ। ਭਾਈ ਮਣੀ ਸਿੰਘ ਦਾ ਭਤੀਜਾ, ਭਾਈ ਮਣੀ ਸਿੰਘ ਜਿਹਨਾਂ ਨੂੰ ਬੰਦ ਕੱਟਿਆ ਗਿਆ। ਭਾਈ ਮਣੀ ਸਿੰਘ ਦੇ ਪਰਿਵਾਰ ਵਿੱਚੋਂ ਬੜੀਆਂ ਸ਼ਹਾਦਤਾਂ ਹੋਈਆਂ। ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਸੀ, ਉਹ ਵੀ ਭਾਈ ਮਣੀ ਸਿੰਘ ਦੇ ਉਹ ਪੁੱਤਰ ਸਨ।
ਭਾਈ ਬਚਿੱਤਰ ਸਿੰਘ ਵੀ, ਜਿਹੜੇ ਚਮਕੌਰ ਦੀ ਜੰਗ ਤੋਂ ਪਹਿਲਾਂ ਰੋਪੜ ਵਿਖੇ ਸ਼ਹੀਦ ਹੋ ਗਏ ਸਨ। ਖੈਰ ਇਹ ਭਤੀਜਾ ਸੀ, ਉਹਨਾਂ ਦਾ ਨਾਮ ਸੀ ਅਘੜ ਸਿੰਘ। ਇਸ ਕੰਮ ਵਾਸਤੇ ਉੱਠਿਆ, ਕਹਿੰਦਾ ਜੀ ਮੈਂ ਮੋਮਨ ਖਾਂ ਦਾ ਸਿਰ ਵੱਢਾਂਗਾ ਵੀ, ਤੇ ਮੈਂ ਮੋਮਨ ਖਾਂ ਦਾ ਸਿਰ ਵੱਢ ਕੇ ਸਿੱਖ ਪੰਥ ਦੇ ਅੱਗੇ ਲੈ ਕੇ ਵੀ ਆਵਾਂਗਾ। ਇਹ ਖੜਾ ਹੋਇਆ ਤੇ ਪੰਥ ਨੇ ਇਹਦੀ ਸਫਲਤਾ ਦੇ ਵਾਸਤੇ, ਇਹਦੀ ਚੜ੍ਹਦੀ ਕਲਾ ਲਈ ਉੱਥੋਂ ਅਰਦਾਸ ਕੀਤੀ ਦਲ ਖਾਲਸੇ ਨੇ ਮਿਲ ਕੇ, ਕਿਉਂਕਿ ਸਿੱਖ ਹਰ ਕਾਰਜ ਵਾਸਤੇ ਪਹਿਲੋਂ ਅਰਦਾਸ ਕਰਦੇ ਨੇ। ਇਹਦੀ ਚੜ੍ਹਦੀ ਕਲਾ ਵਾਸਤੇ, ਕਾਰਜ ਦੀ ਸਫਲਤਾ ਦੇ ਵਾਸਤੇ ਅਰਦਾਸ ਕੀਤੀ ਗਈ ਤੇ ਇਹਨੂੰ ਲਾਹੌਰ ਨੂੰ ਵਿਦਿਆ ਕਰ ਦਿੱਤਾ ਗਿਆ। ਇਹਨੇ ਅਘੜ ਸਿੰਘ ਨੇ ਕੀ ਕੀਤਾ ਕਿ ਭੇਸ ਬਦਲ ਕੇ ਨਾ ਮੋਮਨ ਖਾਂ ਦੇ ਤਬੇਲੇ ਜਾ ਕੇ ਨੌਕਰੀ ਕਰਨ ਲੱਗ ਪਿਆ। ਭੇਸ ਇਹਨੇ ਆਪਣਾ ਬਦਲ ਲਿਆ ਤੇ ਮੋਮਨ ਖਾਂ ਦੇ ਤਬੇਲੇ ਵਿੱਚ, ਜਿੱਥੇ ਘੋੜੇ ਆਦਿ ਬੰਨੇ ਜਾਂਦੇ ਸਨ, ਉੱਥੇ ਇਹਨੇ ਨੌਕਰੀ ਕਰ ਲਈ। ਬੜਾ ਆਗਿਆਕਾਰ ਬਣ ਕੇ ਰਿਹਾ, ਅਣਥੱਕ ਸੇਵਕ ਬਣ ਕੇ ਰਿਹਾ, ਵੀ ਸਾਰਾ ਦਿਨ ਉੱਥੇ ਸੇਵਾ ਕਰਦੇ ਰਹਿਣਾ, ਕਿਸੇ ਨਾਲ ਗੱਲ ਨਾ ਕਰਨੀ, ਕੰਮ ਕਰਦੇ ਰਹਿਣਾ, ਕੰਮ ਤੋਂ ਬਿਨਾਂ ਕੋਈ ਹੋਰ ਗੱਲ ਹੀ ਨਹੀਂ ਕਿਸੇ ਨਾਲ ਕਰਨੀ। ਜਦੋਂ ਮੋਮਨ ਖਾਂ ਨੇ ਵੇਖਿਆ ਨਾ ਵੀ ਬੜਾ ਅਣਥੱਕ ਏ, ਆਗਿਆਕਾਰ ਵੀ ਬੜਾ ਏ, ਤੇ ਮੋਮਨ ਖਾਂ ਅਘੜ ਸਿੰਘ ਨੂੰ ਨਾ ਆਪਣੇ ਨਾਲ ਹੀ ਰੱਖਣ ਲੱਗ ਪਿਆ। ਹਮੇਸ਼ਾ ਹੀ ਉਹਨੇ ਆਪਣੇ ਨਾਲ ਇਹਨੂੰ ਰੱਖਣਾ, ਜਿੱਥੇ ਵੀ ਜਾਣਾ ਉੱਥੇ ਆਪਣੇ ਨਾਲ ਲੈ ਕੇ ਜਾਣਾ। ਅਘੜ ਸਿੰਘ ਮਤਲਬ ਇਹਨੇ ਸਮਝਿਆ ਵੀ ਮੇਰਾ ਬੜਾ ਵਫਾਦਾਰ ਹੈ, ਕਿਉਂਕਿ ਬੋਲਦਾ ਘੱਟ ਸੀ। ਜੋ ਵੀ ਤੁਸੀਂ ਕੰਮ ਕਹਿਣਾ, ਮੋਮਨ ਖਾਂ ਨੇ ਕਹਿਣਾ, ਉਸ ਕੰਮ ਨੂੰ ਬਿਨਾਂ ਕਿਸੇ ਗੱਲ ਤੋਂ ਕਰ ਦੇਣਾ, ਕੋਈ ਅੱਗੋਂ ਉਸ ਤਰ੍ਹਾਂ ਦੀ ਗੱਲ ਨਹੀਂ ਬੋਲਣੀ। ਕਹਿੰਦੇ ਦਿਨ ਲੰਘਦੇ ਗਏ। ਇੱਕ ਦਿਨ ਮੋਮਨ ਖਾਂ ਮੱਛੀਆਂ ਵਾਸਤੇ ਰਾਵੀ ਦਰਿਆ ਵੱਲ ਚਲਾ ਗਿਆ। ਇਹਨੇ ਕੀ ਕੀਤਾ, ਇਹਨੇ ਅਘੜ ਸਿੰਘ ਨੂੰ ਵੀ ਕਿਹਾ ਵੀ ਤੂੰ ਮੇਰੇ ਨਾਲ ਚੱਲ। ਮੋਮਨ ਖਾਂ ਕਹਿੰਦਾ ਵੀ ਅੱਜ ਆਪਾਂ ਰਾਵੀ ਦਰਿਆ ਤੇ ਜਾਣਾ ਹੈ ਮੱਛੀਆਂ ਫੜਨ ਦੇ ਵਾਸਤੇ, ਤੂੰ ਮੇਰੇ ਨਾਲ ਚੱਲ। ਹੋਇਆ ਕਿ ਭਾਈ ਅਘੜ ਸਿੰਘ ਨਾਲ ਚਲਾ ਗਿਆ। ਮੋਮਨ ਖਾਂ ਅਘੜ ਸਿੰਘ ਨੂੰ ਘੋੜੀ ਫੜਾ ਕੇ ਬੇੜੀ ਤੇ ਚੜ੍ਹਨ ਲੱਗਾ। ਜਦੋਂ ਇਹ ਬੇੜੀ ਤੇ ਚੜ੍ਹਨ ਲੱਗਾ, ਅਘੜ ਸਿੰਘ ਨੇ ਆਪਣੀ ਤਲਵਾਰ ਕੱਢੀ ਤੇ ਮੋਮਨ ਖਾਂ ਦਾ ਸਿਰ ਲਾ ਦਿੱਤਾ। ਇਸ ਕੰਮ ਨੂੰ ਕੁਝ ਸਮਾਂ ਲੱਗਿਆ ਹੀ ਹੋਏਗਾ, ਕਿਉਂਕਿ ਭੇਸ ਬਦਲ ਕੇ ਆਉਣਾ ਤਬੇਲੇ ਵਿੱਚ, ਇਹ ਤੇ ਇੱਕ ਦਿਨ ਦੀ ਗੱਲ ਤੇ ਹੈ ਨਹੀਂ ਕਿ ਇੱਕੋ ਦਿਨ ਚ ਤੁਹਾਨੂੰ ਵਫਾਦਾਰ ਸਮਝਣ ਲੱਗ ਪੈਣ ਤੇ ਇੰਨੀ ਨੇੜੇ ਤੱਕ ਲੈ ਜਾਣ। ਸਮਾਂ ਤੇ ਲੱਗਾ ਹੀ ਹੋਏਗਾ। ਇਹਨੇ ਮੋਮਨ ਖਾਂ ਦਾ ਸਿਰ ਵੱਢਿਆ, ਲਾ ਲਿਆ ਤੇ ਘੋੜੀ ਤੇ ਚੜ੍ਹ ਕੇ ਮੋਮਨ ਖਾਂ ਦੀ ਘੋੜੀ ਹੀ ਇਹ ਭਜਾ ਕੇ ਲੈ ਗਿਆ। ਉਸਨੇ ਸਿਰ ਨਵਾਬ ਕਪੂਰ ਸਿੰਘ ਦੇ ਸਾਹਮਣੇ, ਦਲ ਖਾਲਸਾ ਜਿੱਥੇ ਸੀ ਉੱਥੇ, ਕਿਉਂਕਿ ਨਵਾਬ ਸੀ ਕਪੂਰ ਸਿੰਘ, ਜਥੇਦਾਰ ਸੀ, ਉਹਦੇ ਸਾਹਮਣੇ ਸਿਰ ਲਿਜਾ ਕੇ ਇਹਨੇ ਰੱਖ ਦਿੱਤਾ। ਨਵਾਬ ਕਪੂਰ ਸਿੰਘ ਨੇ ਅਘੜ ਸਿੰਘ ਨੂੰ ਛਾਤੀ ਨਾਲ ਲਾ ਲਿਆ। ਇਹਨੇ ਕੀ ਕੀਤਾ, ਮੋਮਨ ਖਾਂ ਦੀ ਘੋੜੀ ਜਿਹੜੀ ਉਹ ਭਜਾ ਕੇ ਲੈ ਕੇ ਆਇਆ ਸੀ ਤੇ ਤਲਵਾਰ ਸਰਦਾਰ ਅਘੜ ਸਿੰਘ ਕੋਲ ਨਿਸ਼ਾਨੀ ਵਜੋਂ ਰਹਿਣ ਦਿੱਤੀ। ਤੇਰੇ ਕੋਲ ਨਿਸ਼ਾਨੀ ਹੈ, ਤੂੰ ਮੋਮਨ ਖਾਂ ਦਾ, ਜਿਹਨੇ ਸਿੱਖਾਂ ਦਾ ਕਤਲੇਆਮ ਕੀਤਾ, ਸਿੱਖਾਂ ਦੇ ਰਿਸ਼ਤੇਦਾਰਾਂ ਨੂੰ, ਸਿੱਖਾਂ ਦੇ ਪਰਿਵਾਰਾਂ ਨੂੰ ਮਾਰਿਆ, ਵੀ ਤੂੰ ਉਹਦਾ ਸਿਰ ਵੱਢ ਕੇ ਲੈ ਕੇ ਆਇਆ ਹੈ। ਹੋਇਆ ਕਿ ਇਹਨੇ ਨਿਸ਼ਾਨੀ ਵਜੋਂ ਰਹਿਣ ਦਿੱਤੀ ਤੇ ਪੰਥ ਵੱਲੋਂ ਉਸ ਨੂੰ ਸਰੋਪਾ ਬਖਸ਼ਿਸ਼ ਕੀਤਾ। ਪੰਥ ਨੇ ਉਹਨੂੰ, ਇਹ ਪੰਥ ਪ੍ਰਕਾਸ਼ ਵਿੱਚ ਦਰਜ ਹੈ ਕਿ ਪੰਥ ਨੇ ਉਹਨੂੰ ਸਰੋਪਾ ਦਿੱਤਾ। ਇਹ ਘਟਨਾ ਨੇ ਹਾਕਮਾਂ ਦੇ ਦਿਲਾਂ ਅੰਦਰ ਬੜਾ ਡਰ ਪੈਦਾ ਕਰ ਦਿੱਤਾ ਵੀ ਜੇ ਅਸੀਂ ਸਿੱਖਾਂ ਦੇ ਵਿਰੁੱਧ ਕੁਝ ਕਰਾਂਗੇ ਤੇ ਸਿੱਖ ਜਿਹੜੇ ਨੇ ਉਹ ਸਾਨੂੰ ਛੱਡਣਗੇ ਨਹੀਂ, ਭਾਵੇਂ ਕਿਸੇ ਵੀ ਬਹਾਨੇ ਸਾਡਾ ਸਿਰ ਜਿਹੜਾ ਵੱਢ ਕੇ ਲੈ ਕੇ ਜਾਣਗੇ। ਹੋਇਆ ਕਿ ਫਿਰ 1754 ਈਸਵੀ ਦੇ ਅਖੀਰ ਵਿੱਚ ਸਿੰਘਾਂ ਦਾ 12,000 ਦਾ ਜੱਥਾ, ਫਿਰ ਸੁਣਿਓ, ਇਹ ਕੋਈ ਮਾੜੀ ਮੋਟੀ ਗੱਲ ਨਹੀਂ, 12,000 ਦੀ ਗਿਣਤੀ ਦੀ ਫੌਜ ਸਿੱਖਾਂ ਦੀ, 12,000 ਦਾ ਇਕੱਠ। ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਵੇਖੋ, ਥੋੜਾ ਸਮਾਂ ਪਹਿਲਾਂ ਹੀ ਇੱਕ ਦਿਨ ਸੈਂਕੜੇ ਸਿੰਘਾਂ ਨੂੰ ਕਤਲ ਕੀਤਾ ਮੀਰ ਮਨੂੰ ਨੇ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ। ਤੇ ਇਹ ਹੈਰਾਨੀ ਕਿਉਂ ਨਾ ਹੋਵੇ ਵੀ 1758 ਦੇ ਅਖੀਰ ਵਿੱਚ ਸਿੰਘਾਂ ਦਾ 12,000 ਦਾ ਜੱਥਾ ਇਹਨਾਂ ਨੇ ਅੰਬਾਲੇ ਦੇ ਆਲੇ ਦੁਆਲੇ ਘੇਰਾ ਪਾ ਲਿਆ। ਅੰਬਾਲਾ ਸ਼ਹਿਰ ਜਿਹੜਾ ਹੈ, ਇਹਦੇ ਆਸੇ ਪਾਸੇ ਘੇਰਾ ਪਾ ਕੇ ਤੇ ਉਹ ਏਰੀਏ ਜਿਹੜੇ ਸੀ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਸਿੰਘਾਂ ਨੇ। ਸਰਹੰਦ ਦੇ ਨੇੜੇ ਜਾ ਕੇ, ਜਦੋਂ ਇਹ ਕੁਦਰਤੀ ਗੱਲ ਵੀ ਸੀ, ਸਿੰਘ ਜਦੋਂ ਵੀ ਸਰਹੰਦ ਦੇ ਨੇੜੇ ਜਾਂਦੇ ਸਨ ਤੇ ਜਜ਼ਬਾਤ ਇਹਨਾਂ ਦੇ ਭੜਕ ਉੱਠਦੇ ਸਨ। ਸਰਹੰਦ ਵੱਲ ਵੇਖ ਕੇ ਕਿ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਛੋਟੇ ਪੁੱਤਰਾਂ ਨੂੰ ਕਤਲ ਕੀਤਾ ਗਿਆ ਹੈ, ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਸਰਹੰਦ ਵੱਲ ਵੇਖ ਕੇ ਹੀ ਜਜ਼ਬਾਤ ਭੜਕ ਉੱਠਦੇ ਸੀ ਸਿੰਘਾਂ ਦੇ ਵੀ ਇੱਕ ਦਿਨ ਇਹਦੇ ਤੇ ਵੀ ਕਬਜ਼ਾ ਕਰਨਾ ਹੈ।
ਸੋ ਇਸ ਵਾਰ ਵੀ ਸਿੰਘਾਂ ਨੇ ਧਾਵਾ ਕਰਕੇ ਸਰਹੰਦ ਦਾ ਕਸਬਾ ਜਾ ਲੁੱਟਿਆ। ਵੜ ਗਏ ਅੰਦਰ ਸਿੱਖ ਸਰਹੰਦ ਦੇ, ਤੇ ਸਰਹੰਦ ਵੀ ਕਹਿੰਦੇ ਉਹ ਕਸਬਾ ਜਿਹੜਾ ਸਰਹੰਦ ਦਾ ਸੀ ਉਹ ਵੀ ਲੁੱਟ ਲਿਆ। ਤੇ ਫਿਰ ਠੀਕਰੀ ਵਾਲੇ ਨੂੰ ਨਿਕਲ ਗਏ। ਸਰਹੰਦ ਲੁੱਟਿਆ ਸਿੱਖਾਂ ਨੇ, ਪਹਿਲੋਂ ਅੰਬਾਲੇ ਦੇ ਆਸੇ ਪਾਸੇ, ਫਿਰ ਸਰਹੰਦ ਨੂੰ ਜਾ ਪਏ। ਸਰਹੰਦ ਲੁੱਟਿਆ ਤੇ ਫਿਰ ਇੱਥੋਂ ਠੀਕਰੀ ਵਾਲੇ ਪਾਸੇ ਚਲੇ ਗਏ। ਇੱਥੇ ਹੀ ਕਹਿੰਦੇ ਦਲ ਖਾਲਸੇ ਦੇ ਕੋਲ ਸਰਦਾਰ ਆਲਾ ਸਿੰਘ, ਇਹ ਪਟਿਆਲੇ ਰਾਜ ਘਰਾਣੇ ਦੇ ਵਿੱਚੋਂ ਸੀ, ਪਟਿਆਲੇ ਚੋਂ, ਨਾਮ ਸੀ ਸਰਦਾਰ ਆਲਾ ਸਿੰਘ। ਇਹ ਸਿੰਘਾਂ ਦੇ ਕੋਲ ਮਦਦ ਦੇ ਵਾਸਤੇ ਆਇਆ। 12,000 ਸਿੰਘ ਜਿਹੜੇ ਸਨ ਸਾਰੇ ਦੇ ਸਾਰੇ ਉਹਦੇ ਨਾਲ ਚੜ ਪਏ। ਦਲ ਖਾਲਸਾ ਦੀ ਮਦਦ ਨਾਲ ਸਰਦਾਰ ਆਲਾ ਸਿੰਘ ਨੇ ਬੁਢਲਾਡੇ ਤੇ ਕਬਜ਼ਾ ਕਰ ਲਿਆ ਆਪਣਾ। ਦਲ ਖਾਲਸਾ ਦੀ ਮਦਦ ਨਾਲ 12,000 ਸੂਰਮੇ ਨੇ ਤੇ ਪਟਿਆਲੇ ਦਾ ਆਲਾ ਸਿੰਘ, ਇਹਨਾਂ ਦੀ ਮਦਦ ਨਾਲ ਬੁਢਲਾਡੇ ਤੇ ਕਬਜ਼ਾ ਕਰ ਲਿਆ। 1754 ਦੇ ਅਖੀਰ ਤੇ ਸਭ ਕੁਝ ਹੋਇਆ। 1755 ਈਸਵੀ ਦੇ ਆਰੰਭ ਵਿੱਚ ਸਿੱਖਾਂ ਦਾ ਇੱਕ ਫਿਰ ਜੱਥਾ ਲਾਹੌਰ ਕੋਲ ਆ ਕੇ ਲੁੱਟਮਾਰ ਕਰਨ ਲੱਗ ਪਿਆ। ਵੇਖੋ ਲੁੱਟਮਾਰ ਉੱਥੇ ਕਰਨੀ ਹੈ ਜਿੱਥੇ ਸੂਰਮੇ ਬੜੀ ਵੱਡੀ ਗਿਣਤੀ ਵਿੱਚ ਬੈਠੇ ਹੋਏ, ਦੁਸ਼ਮਣ ਬੜੀ ਵੱਡੀ ਗਿਣਤੀ ਵਿੱਚ, ਇਸ ਗੱਲ ਦੀ ਪ੍ਰਵਾਹ ਨਹੀਂ ਹੈ। ਕਹਿੰਦੇ 1755 ਆਰੰਭ ਵਿੱਚ ਸਿੱਖਾਂ ਦਾ ਇੱਕ ਜੱਥਾ ਲਾਹੌਰ ਕੋਲ ਪਹੁੰਚਿਆ ਤੇ ਉੱਥੇ ਲੁੱਟਮਾਰ ਕਰਨ ਲੱਗ ਪਿਆ। ਉਦੋਂ ਲਾਹੌਰ ਦਾ ਸੂਬੇਦਾਰ ਸੀ ਖਵਾਜਾ ਮਿਰਜ਼ਾ। ਉਸ ਵੇਲੇ ਜਦੋਂ 1755 ਦੇ ਆਰੰਭ ਦੀ ਇਹ ਗੱਲ ਹੈ। ਹੁਣ ਕੀ ਹੋਇਆ ਕਿ ਖਵਾਜਾ ਮਿਰਜ਼ਾ ਜਿਹੜਾ ਸੀ ਨਾ, ਉਹਨੇ ਆਪਣੇ ਭਰਾ ਖਵਾਜਾ ਕਾਜ਼ੀ ਬੇਗ ਨੂੰ ਫੌਜ ਦੇ ਕੇ ਉਹਨੇ ਭੇਜਿਆ ਆਪਣੇ ਭਰਾ ਨੂੰ। ਉਹਦਾ ਨਾਂ ਸੀ ਖਵਾਜਾ ਕਾਜ਼ੀ ਬੇਗ। ਉਹਨੂੰ ਫੌਜ ਦੇ ਕੇ ਭੇਜਿਆ ਵੀ ਜਾ ਕੇ ਸਿੰਘਾਂ ਨਾਲ ਮੁਕਾਬਲਾ ਕਰ। ਪਰ ਸਿੱਖ ਬੜੇ ਸਮਝਦਾਰ ਸਨ, ਇਹਨਾਂ ਨੇ ਮੁਕਾਬਲਾ ਕਰਨ ਦੀ ਬਜਾਏ ਲਾਹੌਰ ਵੱਲ ਜਾਣਾ ਚੰਗਾ ਸਮਝਿਆ। ਵਾਹਿਗੁਰੂ, ਲਾਹੌਰ ਤੇ ਸਨ, ਜਲੰਧਰ ਵੱਲ ਜਾਣਾ ਚੰਗਾ ਸਮਝਿਆ। ਇਹ ਲਾਹੌਰ ਤੋਂ ਨਿਕਲੇ ਤੇ ਜਲੰਧਰ ਵਾਲੇ ਪਾਸੇ ਸਿੱਖ ਚਲੇ ਗਏ। ਉਧਰੋਂ ਕੀ ਹੋਇਆ, ਕਹਿੰਦੇ ਕੁਤਬ ਖਾਂ ਰੁਹੇਲਾ, ਇਹਨੇ ਬਾਦਸ਼ਾਹ ਦਿੱਲੀ ਦੇ ਵਿਰੁੱਧ ਬਾਗੀ ਹੋ ਕੇ ਸਰਹੰਦ ਉੱਤੇ ਕਬਜ਼ਾ ਕਰ ਲਿਆ। ਕੁਤਬ ਖਾਂ ਰੁਹੇਲਾ ਸੀ, ਉਹਨਾਂ ਦਿਨਾਂ ਦੀ ਗੱਲ ਹੀ ਹੈ, 1755 ਦੀ ਆਰੰਭਤਾ ਦੀ। ਇਹਨੇ ਦਿਨ ਲੰਘਦੇ ਗਏ ਨੇ, ਕਬਜ਼ਾ ਕਰ ਲਿਆ। ਇਹ ਕਬਜ਼ੇ ਦੀ ਤਰੀਕ ਜਿਹੜੀ ਹੈ 11 ਮਾਰਚ ਸੀ 1755। ਤੇ ਜਿਹੜਾ ਉੱਥੋਂ ਦਾ ਸੂਬੇਦਾਰ ਸੀ ਉਹਦਾ ਨਾਂ ਸੀ ਸਦੀਕ ਬੇਗ, ਸਰਹੰਦ ਦਾ ਸੂਬੇਦਾਰ, ਉਹਨੂੰ ਕੱਢ ਦਿੱਤਾ ਇਹਨੇ ਤੇ ਕੁਤਬ ਖਾਂ ਨੇ ਕਬਜ਼ਾ ਕਰ ਲਿਆ। ਜਦੋਂ ਕੁਤਬ ਖਾਂ ਰੁਹੇਲੇ ਦੀ ਤਾਕਤ ਵੱਧਦੀ ਵੇਖੀ ਨਾ, ਤੇ ਅਦੀਨਾ ਬੇਗ ਨੂੰ ਬੜਾ ਫਿਕਰ ਪੈ ਗਿਆ ਵੀ ਇਹਦੀ ਤਾਕਤ ਬੜੀ ਵੱਧਦੀ ਪਈ ਹੈ ਤੇ ਕੀ ਬਣੇਗਾ। ਉਹਨੇ ਦਲ ਖਾਲਸੇ ਤੋਂ ਮਦਦ ਮੰਗੀ। ਅਦੀਨਾ ਬੇਗ ਨੇ ਆਖਿਆ ਦਲ ਖਾਲਸੇ ਨੂੰ ਵੀ ਤੂੰ ਸਾਡੀ ਮਦਦ ਕਰੋ ਤੁਸੀਂ। ਸਿੱਖਾਂ ਨੇ ਮਦਦ ਦਿੱਤੀ ਵੀ ਉਹਨੂੰ। ਉਹ ਸਿੰਘਾਂ ਦੇ ਸਮੇਤ 50,000 ਅਸਵਾਰ, ਧਿਆਨ ਨਾਲ ਸੁਣਿਓ, 50,000 ਅਸਵਾਰ ਮਤਲਬ 50,000 ਘੋੜਸਵਾਰ ਤੇ 50,000 ਹੀ ਪੈਦਲ ਸਿੰਘ, ਪੈਦਲ ਫੌਜ ਲੈ ਕੇ, ਇਹਦੇ ਵਿੱਚ ਸਿੱਖ ਵੀ ਸ਼ਾਮਲ ਨੇ, ਸਿੱਖਾਂ ਦੀਆਂ ਫੌਜਾਂ ਵੀ ਸ਼ਾਮਲ ਨੇ। 1 ਲੱਖ ਹੋ ਗਿਆ, 50,000 ਸਵਾਰ ਹੋ ਗਏ ਤੇ 50,000 ਪੈਦਲ ਹੋ ਗਏ। 1 ਲੱਖ ਦੀ ਫੌਜ ਲੈ ਕੇ ਤੇ ਉਹ ਸਦੀਕ, ਵਾਹਿਗੁਰੂ, ਉਹ ਜਿਹੜਾ ਸੀ ਉਹ ਅਦੀਨਾ ਬੇਗ, ਉਹ ਕੁਤਬ ਖਾਂ ਰੁਹੇਲਾ ਜਿਹਨੇ ਸਰਹੰਦ ਤੇ ਕਬਜ਼ਾ ਕੀਤਾ ਉਹਦੇ ਵਿਰੁੱਧ ਚੜ ਪਿਆ। ਇਹ 11 ਅਪ੍ਰੈਲ ਦੀ ਗੱਲ ਹੈ। 11 ਮਾਰਚ 1755 ਨੂੰ ਉਹਨੇ ਕਬਜ਼ਾ ਕੀਤਾ। ਅਗਲੇ ਮਹੀਨੇ, ਪੂਰੇ 1 ਮਹੀਨੇ ਬਾਅਦ, 11 ਅਪ੍ਰੈਲ 1755 ਈਸਵੀ ਨੂੰ ਰੋਪੜ ਦੇ ਕੋਲ ਬੜੀ ਭਾਰੀ ਲੜਾਈ ਹੋਈ। ਉਧਰੋਂ ਉਹ ਸਰਹੰਦ ਤੋਂ ਆ ਗਿਆ, ਇਧਰੋਂ ਇਹ ਹੋ ਗਏ, ਤੇ ਰੋਪੜ, ਜਿੱਥੇ ਅੱਜ ਸ਼ਹਿਰ ਰੋਪੜ ਹੈ, ਇੱਥੇ ਬੜੀ ਭਾਰੀ ਲੜਾਈ ਹੋਈ ਉਸ ਵੇਲੇ, ਜਿਸ ਵਿੱਚ ਕੁਤਬ ਖਾਂ ਰੁਹੇਲਾ ਤੇ ਉਸ ਦਾ ਮਦਦਗਾਰ, ਉਹਦਾ ਨਾਂ ਸੀ ਜਮਾਲ ਖਾਂ, ਇਹ ਮਲੇਰਕੋਟਲੇ ਵਾਲਾ ਸੀ, ਮਲੇਰਕੋਟਲੇ ਦਾ ਸੀ। ਇਹ ਦੋਵੇਂ ਮਾਰੇ ਗਏ। ਕੁਤਬ ਖਾਂ ਵੀ ਮਾਰਿਆ ਗਿਆ ਜਿਹਨੇ ਸਰਹੰਦ ਤੇ ਕਬਜ਼ਾ ਕੀਤਾ ਸੀ। ਇਹਦਾ ਸਾਥੀ ਸੀ ਜਮਾਲ ਖਾਂ ਮਲੇਰਕੋਟਲੇ ਦਾ, ਇਹ ਵੀ ਮਾਰੇ ਗਏ। ਅਦੀਨਾ ਬੇਗ ਨੇ ਸਿੱਖਾਂ ਦੀ ਮਦਦ ਦੇ ਨਾਲ ਸਰਹੰਦ ਦੇ ਉੱਤੇ ਕਬਜ਼ਾ ਕਰ ਲਿਆ। 11 ਅਪ੍ਰੈਲ 1755 ਦੀ ਗੱਲ ਹੈ। ਇੱਥੇ ਹੀ ਨਹੀਂ ਬਸ ਵੀ ਉਹਨੇ ਸਰਹੰਦ ਤੱਕ ਨਹੀਂ ਉਹ ਫਿਰ ਰੁਕਿਆ ਅਦੀਨਾ ਬੇਗ, ਉਹਨੇ ਘੁੜਾਮ, ਥਾਨੇਸਰ, ਸ਼ਾਹਬਾਦ, ਮਨਸੂਰਪੁਰ, ਮੁਸਤਫਾਬਾਦ ਤੱਕ ਦਾ ਜਿਹੜਾ ਇਲਾਕਾ ਸੀ ਉਹਨੇ ਕਬਜ਼ਾ ਕਰ ਲਿਆ, ਮੰਨ ਲਿਆ। ਤੇ ਬਾਦਸ਼ਾਹ ਤੇ ਵਜ਼ੀਰ, ਵੇਖੋ ਦਿੱਲੀ ਦੀ ਗੱਲ ਕਰ ਰਹੇ ਹਾਂ, ਦਿੱਲੀ ਦਾ ਬਾਦਸ਼ਾਹ ਤੇ ਵਜ਼ੀਰ ਨੇ ਉਹਦਾ ਟਾਕਰਾ ਕਰਨ ਦੀ ਥਾਂ ਉਸਨੂੰ ਜ਼ਫਰ ਜੰਗ ਬਹਾਦਰ ਦਾ ਖਿਤਾਬ ਦਿੱਤਾ ਤੇ ਸਰਹੰਦ ਦੀ ਸੂਬੇਦਾਰੀ ਵੀ ਦੇ ਦਿੱਤੀ ਵੀ ਹਾਂ ਇਹਦੇ ਨਾਲ ਮੁਕਾਬਲਾ ਜ਼ਰੂਰ ਕਰਨਾ, ਸਰਹੰਦ ਤੇ ਨੇ ਜਿੱਤ ਹੀ ਲਈ ਹੈ।
ਇਹਨਾਂ ਕੀ ਕੀਤਾ, ਅਦੀਨਾ ਬੇਗ ਨੂੰ ਦਿੱਲੀ ਦਰਬਾਰ ਨੇ ਇੱਕ ਤੇ ਜ਼ਫਰ ਜੰਗ ਬਹਾਦਰ ਦੀ ਉਪਾਧੀ ਦਿੱਤੀ ਤੇ ਨਾਲ ਹੀ ਕਹਿ ਦਿੱਤਾ ਵੀ ਤੂੰ ਸਾਡੇ ਵੱਲੋਂ ਸੂਬੇਦਾਰ ਹੈ ਸਰਹੰਦ ਦਾ। ਥਾਣੇਸਰ ਤੋਂ ਸਿੰਘ ਅਦੀਨਾ ਬੇਗ ਤੋਂ ਵੱਖਰੇ ਹੋ ਗਏ। ਥਾਣੇਸਰ ਜਦੋਂ ਇਹਨੇ ਕਬਜ਼ਾ ਕੀਤਾ ਨਾ, ਉੱਥੋਂ ਸਿੰਘ ਅਦੀਨਾ ਬੇਗ ਤੋਂ ਪਾਸੇ ਹੋ ਗਏ, ਵੱਖ ਹੋ ਗਏ। ਉਹ ਜੈਪੁਰ ਦੇ ਰਾਜਾ ਮਾਧੋ ਸਿੰਘ ਦੇ ਇਲਾਕੇ ਵਿੱਚ ਜਾ ਵੜੇ। ਜੈਪੁਰ ਦੇ ਰਾਜਾ ਮਤਲਬ ਰਾਜਸਥਾਨ ਹੋ ਗਏ ਉੱਥੋਂ ਸਿੱਖ। ਜੈਪੁਰ ਦੇ ਰਾਜਾ ਮਾਧੋ ਸਿੰਘ ਦੇ ਇਲਾਕੇ ਵਿੱਚ ਚਲੇ ਗਏ ਤੇ ਨਾਰਨੌਲ ਜਾ ਵੜੇ ਤੇ ਨਾਰਨੌਲ ਤੇ ਕਨੌਦ ਦਾ ਇਲਾਕਾ ਸਿੰਘਾਂ ਨੇ ਲੁੱਟ ਲਿਆ ਜਾ ਕੇ। ਨਾਰਨੌਦ ਤੇ ਕਨੌਦ। ਮਾਧੋ ਸਿੰਘ ਨੇ ਮਦਦ ਵਾਸਤੇ ਮਰਾਠੇ ਸੱਦ ਲਏ। ਮਾਧੋ ਸਿੰਘ ਸਿੱਧੀ ਤੇ ਹਿੰਮਤ ਕਰ ਨਹੀਂ ਸਕਿਆ ਸਿੰਘਾਂ ਦਾ ਮੁਕਾਬਲਾ ਕਰਨ ਲਈ। ਇਹਨੇ ਮਰਾਠੇ ਸੱਦ ਲਏ। ਮਰਾਠੇ ਵੇਖੋ ਪਰੋਂ ਮਹਾਰਾਸ਼ਟਰ ਵਾਲੇ ਪਾਸਿਓਂ ਮਰਾਠੇ ਸੱਦ ਲਏ ਨੇ ਵੀ ਮੇਰੀ ਮਦਦ ਦੇ ਵਾਸਤੇ ਆਓ, ਸਿੱਖ ਮੇਰੇ ਇਲਾਕਿਆਂ ਵਿੱਚ ਲੁੱਟ ਕਰ ਰਹੇ ਨੇ। ਜਦੋਂ ਮਰਾਠੇ ਮਦਦ ਦੇ ਵਾਸਤੇ ਆਏ ਨਾ, ਸਿੱਖ ਬੜੇ ਸਮਝਦਾਰ ਸਿਆਣੇ ਨਿਕਲੇ। ਸਿੱਖਾਂ ਨੇ ਮੁਕਾਬਲਾ ਕਰਨ ਦੀ ਥਾਂ ਇਹਨਾਂ ਸੋਚਿਆ ਵੀ ਲੁੱਟਮਾਰ ਤੇ ਹੋ ਗਈ, ਕਾਫੀ ਧਨ ਮਿਲ ਗਿਆ, ਤੇ ਸਿੱਖ ਵਾਪਸ ਪੰਜਾਬ ਨੂੰ ਪਿੱਛੇ ਮੁੜ ਆਏ। ਮੁਕਾਬਲਾ ਕਰਨ ਦਾ, ਉਧਰ ਜਾ ਕੇ ਮੁਕਾਬਲਾ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ, ਕੋਈ ਲਾਭ ਹੀ ਨਹੀਂ, ਤੇ ਸਿੱਖ ਵਾਪਸ ਪੰਜਾਬ ਵੱਲ ਮੁੜ ਆਏ। ਇਹਨਾਂ ਜੈਪੁਰ ਦੇ ਰਾਜਾ ਮਾਧੋ ਸਿੰਘ ਦੇ ਨਾਲ ਵੀ ਕੋਈ ਲੜਾਈ ਨਹੀਂ ਕੀਤੀ। ਉਧਰ ਦੂਜੇ ਪਾਸੇ ਮੁਰਾਦ ਬੇਗ ਦੀ ਮਦਦ, ਮੁਰਾਦ ਬੇਗਮ ਹੋ ਗਈ ਹੈ ਮੀਰ ਮਨੂੰ ਦੀ ਘਰ ਵਾਲੀ। ਮੁਰਾਦ ਬੇਗ ਦੀ ਮਦਦ ਵਾਸਤੇ ਜਿਹੜੇ ਜਰਨੈਲ ਲਾਹੌਰੋਂ ਆਉਂਦੇ ਰਹੇ ਨਾ, ਸਿੰਘ ਉਹਨਾਂ ਨਾਲ ਟਾਕਰਾ ਕਰਦੇ ਰਹੇ। ਜਿੰਨੇ ਵੀ ਮੀਰ ਮਨੂੰ ਦੀ ਘਰ ਵਾਲੀ ਦੀ ਮਦਦ ਦੇ ਵਾਸਤੇ ਆਉਂਦੇ ਰਹੇ, ਸਿੱਖਾਂ ਨਾਲ ਮੁਕਾਬਲਾ ਉਹਨਾਂ ਦਾ ਹੁੰਦਾ ਰਿਹਾ। ਜਿਹੜੇ ਦੁਰਾਨੀ ਬਾਕੀ ਲੋਕਾਂ ਵਾਸਤੇ ਹਊਆ ਬਣੇ ਹੋਏ ਸਨ, ਦੁਰਾਨੀ ਅਫਗਾਨਿਸਤਾਨ ਵਾਲੇ, ਅਹਿਮਦ ਸ਼ਾਹ ਅਬਦਾਲੀ ਦੇ ਨਾਲ ਵਾਲੇ, ਜਿਹੜੇ ਕਹਿੰਦੇ ਦੁਰਾਨੀ ਬਾਕੀ ਲੋਕਾਂ ਵਾਸਤੇ ਹਊਆ ਬਣੇ ਸਨ, ਲੋਕ ਡਰਦੇ ਸਨ। ਵੈਸੇ ਪੂਰਾ ਦੇਸ਼ ਹੀ ਦੁਰਾਨੀਆਂ ਤੋਂ, ਇਹਨਾਂ ਅਹਿਮਦ ਸ਼ਾਹ ਅਬਦਾਲੀ ਤੋਂ ਡਰਦਾ ਸੀ। ਦੁਰਾਨੀ ਅਹਿਮਦ ਸ਼ਾਹ ਅਬਦਾਲੀ ਅਸੀਂ ਕਹਿੰਦੇ ਹਾਂ, ਇਹਦਾ ਇੱਕ ਨਾਮ ਅਹਿਮਦ ਸ਼ਾਹ ਦੁਰਾਨੀ ਵੀ ਹੈ। ਵੇਖੋ ਲੋਕ ਡਰਦੇ ਨੇ ਪਰ ਸਿੰਘ ਉਹਨਾਂ ਦੀ ਪਰਵਾਹ ਨਹੀਂ ਸੀ ਕਰਦੇ। ਸਿੰਘ ਉਹਨਾਂ ਦੁਰਾਨੀਆਂ ਦੀ ਪਰਵਾਹ ਨਹੀਂ ਸੀ ਕਰਦੇ। ਉਹ ਜਰਨੈਲ ਸਿੰਘਾਂ ਦੇ ਮਗਰ ਜੇ ਥੋੜਾ ਜਿਹਾ ਵੀ ਝੱਲਾਂ ਦੇ ਵਿੱਚ ਵੜਨ ਦੀ ਭੁੱਲ ਕਰਦੇ ਨਾ, ਕਿਉਂਕਿ ਉਜਾੜ ਜ਼ਿਆਦੀ ਹੁੰਦੀ ਸੀ ਉਦੋਂ, ਤੇ ਸਿੱਖਾਂ ਨੇ ਉਜਾੜ ਵਿੱਚ ਵੜ ਜਾਣਾ। ਤੇ ਜੇ ਕੋਈ ਸੂਰਮਾ ਆਪਣੇ ਆਪ ਨੂੰ ਬੜਾ ਵੱਡਾ ਸੂਰਮਾ ਸਿੱਖਾਂ ਦੇ ਮਗਰ ਉਹਨਾਂ ਜੰਗਲਾਂ ਝਾੜਾਂ ਦੇ ਵਿੱਚ ਵੜਦਾ, ਤੇ ਬੜਾ ਭਾਰੀ ਨੁਕਸਾਨ ਕਰਾ ਕੇ ਉਹ ਵਾਪਸ ਮੁੜਦਾ ਸਿੱਖਾਂ ਕੋਲ। ਕਹਿੰਦੇ ਇਹਨਾਂ ਦਿਨਾਂ ਵਿੱਚ ਇੱਕ ਦਿਨ ਸਿੰਘਾਂ ਦਾ ਇੱਕ ਜੱਥਾ ਕਸੂਰ ਵਿੱਚ ਜਾ ਵੜਿਆ। ਕਸੂਰ ਅੱਜ ਪਾਕਿਸਤਾਨ ਵਿੱਚ, ਲਾਹੌਰ ਵੀ ਅੱਜ ਪਾਕਿਸਤਾਨ ਵਿੱਚ, ਉਦੋਂ ਤੇ ਸਾਰਾ ਇੱਕੋ ਹੀ ਸੀ। ਸਿੰਘਾਂ ਦਾ ਇੱਕ ਜੱਥਾ ਕਸੂਰ ਵਿੱਚ ਜਾ ਵੜਿਆ ਤੇ ਕਸੂਰ ਉਹਨਾਂ ਨੇ ਮਨ ਭਾਉਂਦੀ ਲੁੱਟ ਕੀਤੀ, ਲੁੱਟਮਾਰ ਕੀਤੀ ਤੇ ਨਿਕਲ ਗਿਆ। ਹੋਇਆ ਕਿ ਇਹਨਾਂ ਦਿਨਾਂ ਵਿੱਚ ਫੌਜ ਜਿਹੜੀ ਸੀ, ਗਸ਼ਤੀ ਫੌਜਾਂ, ਉਹ ਸਿੰਘਾਂ ਤੋਂ ਕਿੰਨੀਆਂ ਡਰਦੀਆਂ ਸਨ। ਇਤਿਹਾਸਕਾਰ ਕਹਿੰਦੇ ਵੀ ਗਸ਼ਤੀ ਫੌਜ ਹੁਣ ਵੀ ਇਲਾਕੇ ਵਿੱਚ ਫਿਰਦੀ ਸੀ, ਪਰ ਉਹ ਸਿੰਘਾਂ ਦੇ ਜੱਥੇ ਦੇ ਸਾਹਮਣੇ ਹੋਣ ਦਾ ਹੌਸਲਾ ਨਹੀਂ ਸੀ ਪੈਂਦਾ ਕਿਸੇ ਵੀ ਗਸ਼ਤੀ ਫੌਜ, ਗਸ਼ਤੀ ਟੁਕੜੀ ਵੀ ਸਿੰਘਾਂ ਦਾ ਅਸੀਂ ਮੁਕਾਬਲਾ ਕਰ ਸਕੀਏ। ਕਹਿੰਦੇ ਹੋਇਆ ਉਹਨਾਂ ਦਿਨਾਂ ਵਿੱਚ ਕੀ, ਸਿੰਘਾਂ ਦੀ ਦੱਸ ਜੇ ਚੜ੍ਹਦੇ ਪਾਸੇ ਪੈਂਦੀ ਨਾ, ਵੀ ਸਿੰਘ ਚੜ੍ਹਦੇ ਪਾਸੇ ਮੌਜੂਦ ਨੇ, ਤੇ ਸ਼ਾਹੀ ਫੌਜ ਚੜ੍ਹਦੇ ਪਾਸੇ ਨਾ ਜਾਂਦੀ ਤੇ ਸ਼ਾਹੀ ਫੌਜ ਲਹਿੰਦੇ ਵਾਲੇ ਪਾਸੇ ਨੂੰ ਹੋ ਜਾਂਦੀ। ਇੰਨਾ ਡਰ ਸਿੱਖਾਂ ਦਾ ਪੈ ਗਿਆ ਸੀ ਸ਼ਾਹੀ ਫੌਜ ਦਾ। ਤੇ ਜੇ ਸਿੰਘ ਪਹਾੜ ਦੀ ਬਾਈ ਉੱਤੇ ਧਾਵਾ ਬੋਲਦੇ ਤੇ ਸਰਕਾਰੀ ਫੌਜ 2 ਕੋਹ ਦੱਖਣ ਵੱਲ ਨਿਕਲ ਜਾਂਦੀ। ਕਹਿਣ ਦਾ ਅਰਥ ਇਹ ਆ ਕਿ ਵੀ ਜਿੱਧਰ ਸਿੰਘਾਂ ਦੀ ਖਬਰ ਮਿਲਦੀ, ਸ਼ਾਹੀ ਫੌਜ ਉਸ ਪਾਸੇ ਪਿੱਠ ਕਰਕੇ ਤੇ ਦੂਜੇ ਪਾਸੇ ਨੂੰ ਚਲੀ ਜਾਂਦੀ। ਉਸ ਵੇਲੇ ਸਭ ਤੋਂ ਵੱਡੀ ਤੇ ਜਥੇਬੰਦ ਤਾਕਤ ਪੰਜਾਬ ਵਿੱਚ ਸਿੰਘਾਂ ਦੀ ਹੀ ਸੀ, ਕਿਉਂਕਿ ਬਾਕੀ ਜਥੇਬੰਦ ਕੋਈ ਨਹੀਂ ਸੀ, ਕੋਈ ਵੱਖਰਾ ਤੁਰਿਆ ਫਿਰਦਾ ਸੀ। ਹਰ ਕੋਈ ਚਾਹੁੰਦੇ ਸੀ ਮੇਰੀ ਲਾਹੌਰ ਦਾ ਸੂਬੇਦਾਰ ਕਬਜ਼ਾ ਕਰਕੇ ਬਣੀਏ, ਕੋਈ ਸਰਹੰਦ ਤੇ ਕਬਜ਼ਾ ਕਰਨਾ, ਕੋਈ ਮੁਲਤਾਨ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਹਰ ਇੱਕ ਆਪਸ ਵਿੱਚ ਪਾਟੇ ਹੋਏ ਸਨ, ਪਰ ਸਿੱਖ ਇਕੱਲੇ ਸਨ ਜਿਹੜੇ ਉਸ ਵੇਲੇ ਇੱਕ ਜਥੇਬੰਦੀ ਤਾਕਤ ਦੇ ਤੌਰ ਤੇ ਪੰਜਾਬ ਵਿੱਚ ਸਨ। ਇਸੇ ਗੱਲ ਨੂੰ ਲਾਹੌਰ ਦੇ ਹਾਕਮ ਤੇ ਇਸ ਦੇਸ਼ ਦੀ ਪ੍ਰਜਾ ਵੀ ਚੰਗੀ ਤਰ੍ਹਾਂ ਸਮਝ ਗਏ ਕਿ ਜੇ ਜਥੇਬੰਦੀ ਤਾਕਤ ਹੈ ਤੇ ਉਹ ਸਿਰਫ ਸਿੱਖ ਹੀ ਨੇ। ਲੋਕ ਵੀ ਜਿਹੜੇ ਨੇ ਉਹ ਨਿਤ ਦਿਨ ਦੇ ਲੁੱਟੇ ਜਾਣ ਤੋਂ ਬੜੇ ਤੰਗ ਆ ਗਏ ਸਨ ਵੀ ਤੇ ਸਾਨੂੰ ਨਿਤ ਦਿਨ ਹੀ ਲੁੱਟ ਲੈਂਦੇ ਨੇ। ਬੜੇ ਕਹਿੰਦੇ ਸਿੱਖ ਬੜੇ ਤੰਗ ਆ ਗਏ ਸਨ ਇਸ ਗੱਲ ਤੋਂ। ਉਹਨਾਂ ਨੂੰ ਕਿਸੇ ਅਜਿਹੇ ਮਾਲਕ ਦੀ ਲੋੜ ਸੀ ਜੋ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰੇ, ਵੀ ਕੋਈ ਇਹੋ ਜਿਹਾ ਬੰਦਾ ਜਿਹੜਾ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰੇ। ਉਹਨਾਂ ਨੂੰ ਵੀ ਲੋੜ ਸੀ ਇਹੋ ਜਿਹੇ ਬੰਦੇ ਦੀ, ਇਹੋ ਜਿਹੀ ਫੌਜ ਦੀ ਜਾਂ ਇਹੋ ਜਿਹੇ ਸਰਬਰਾਹ ਦੀ।
ਅਜਿਹਾ ਮਾਲਕ ਉਹਨਾਂ ਨੂੰ ਕੇਵਲ ਦਲ ਖਾਲਸਾ ਹੀ ਨਜ਼ਰ ਆਇਆ ਵੀ ਇਕੱਲਾ ਦਲ ਖਾਲਸਾ ਹੀ ਸਾਨੂੰ ਹਾਕਮਾਂ ਤੋਂ ਵੀ ਰੱਖਿਆ ਕਰੇਗਾ, ਫੌਜ ਤੋਂ ਵੀ ਬਚਾਏਗਾ, ਲੁੱਟ ਮਾਰ ਤੋਂ ਵੀ ਬਚਾਏਗਾ। ਦੂਜੇ ਪਾਸੇ ਦਲ ਖਾਲਸਾ ਦੇ ਸਰਦਾਰ ਵੀ ਸਮਝਦੇ ਸਨ ਕਿ ਸਿੱਖ ਰਾਜ ਸਥਾਪਿਤ ਕਰਨ ਦਾ ਜੇ ਸਮਾਂ ਹੈ ਤੇ ਉਹ ਇਹੋ ਹੀ ਹੈ, ਸਿੱਖ ਰਾਜ ਦਾ ਸਥਾਪਨ ਦਾ, ਕਿਉਂਕਿ ਪੰਜਾਬ ਵਿੱਚ ਰਾਜ ਕਰਨ ਯੋਗ ਹੋਰ ਕੋਈ ਵੀ ਤਾਕਤ ਬਚੀ ਨਹੀਂ ਸੀ ਉਸ ਵੇਲੇ। ਸੋ ਉਹਨਾਂ ਨੇ ਮੁਲਕ ਉੱਤੇ ਅਧਿਕਾਰ ਜਮਾਉਣ ਦਾ ਇਰਾਦਾ ਤਾਂ ਬਣਾ ਲਿਆ ਸਿੱਖਾਂ ਨੇ। ਪ੍ਰਜਾ ਨੂੰ ਕਿਸੇ ਮਾਲਕ ਦੀ ਲੋੜ ਸੀ ਤੇ ਸਿੰਘਾਂ ਨੂੰ ਪੰਜਾਬ ਦਾ ਮਾਲਕ ਬਣਨ ਦੀ। ਪ੍ਰਜਾ ਚਾਹੁੰਦੀ ਸੀ ਸਾਡਾ ਕੋਈ ਮਾਲਕ ਬਣੇ ਤੇ ਸਿੰਘ ਚਾਹੁੰਦੇ ਸਨ ਕਿ ਪੰਜਾਬ ਦਾ ਮਾਲਕ ਬਣੀਏ। ਦੋਵੇਂ ਇੱਕ ਦੂਜੇ ਦੇ ਪੂਰਕ ਹੋ ਗਏ। ਫਿਰ ਕੀ ਹੋਇਆ ਕਿ ਦੋਵਾਂ ਦਾ ਆਪਸ ਵਿੱਚ ਸਮਝੌਤਾ ਹੋ ਗਿਆ। ਸਿੱਖਾਂ ਨੇ ਪ੍ਰਜਾ ਵਿੱਚ ਢੰਡੋਰਾ ਪਿਟਵਾ ਦਿੱਤਾ ਉਹਨਾਂ ਦਿਨਾਂ ਵਿੱਚ ਕਿ ਜਿਹੜਾ ਪਿੰਡ, ਇਲਾਕਾ ਜਾਂ ਚੌਧਰੀ ਆਪਣੀ ਹਰ ਫਸਲ ਵਿੱਚੋਂ 5ਵਾਂ ਹਿੱਸਾ ਦਲ ਖਾਲਸਾ ਨੂੰ ਭੇਟਾ ਕਰੇਗਾ। ਵੇਖੋ, ਢੰਡੋਰਾ ਕਰਵਾ ਦਿੱਤਾ ਕਿ ਜਿਹੜਾ ਪਿੰਡ ਜਾਂ ਜਿਹੜਾ ਇਲਾਕਾ ਜਾਂ ਜਿਹੜਾ ਚੌਧਰੀ ਆਪਣੀ ਫਸਲ, ਹਰ ਫਸਲ ਵਿੱਚੋਂ 5ਵਾਂ ਹਿੱਸਾ, ਦੇਖੋ ਉਹ ਤਾਂ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਸਨ, ਤੇ ਸਿਰਫ 5ਵਾਂ ਹਿੱਸਾ ਮੰਗਿਆ। ਆਖਿਆ ਕਿ 5ਵਾਂ ਹਿੱਸਾ ਦਲ ਖਾਲਸਾ ਦੀ ਭੇਟਾ ਕਰੇਗਾ, ਦਲ ਖਾਲਸਾ ਉਸ ਦੀ ਹਰ ਤਰ੍ਹਾਂ ਰੱਖਿਆ ਕਰੇਗਾ। ਕਦੇ ਕੇਵਲ ਇਹਨਾਂ ਹੀ ਕਿਹਾ, ਇਹ ਵੀ ਕਹਿ ਦਿੱਤਾ ਕਿ ਸਿੰਘ ਆਪ ਉਹਦੇ ਇਲਾਕੇ ਵਿੱਚ ਲੁੱਟਮਾਰ ਵੀ ਨਹੀਂ ਕਰਨਗੇ, ਸਗੋਂ ਉਹਨਾਂ ਨੂੰ ਹੋਰ ਲੁਟੇਰਿਆਂ, ਹੋਰ ਜਿਹੜੇ ਲੁਟੇਰੇ ਆ ਰਹੇ ਉਹਨਾਂ ਤੋਂ ਬਚਾਉਣਗੇ ਵੀ। ਸਿੱਖ ਇਹ ਗੱਲ ਸਮਝਣੀ ਪਏਗੀ ਕਿ ਪਿੰਡਾਂ ਵਾਲੇ ਲੁੱਟੇ ਜਾ ਰਹੇ ਨੇ, ਕਦੇ ਅਬਦਾਲੀ ਲੁੱਟਣ ਆ ਰਹੇ, ਕਦੇ ਲਾਹੌਰ ਵਾਲੇ ਲੁੱਟ ਰਹੇ ਨੇ, ਕਦੇ ਮੁਲਤਾਨ ਵਾਲੇ ਲੁੱਟ ਰਹੇ ਨੇ। ਲਾਹੌਰ ਦੀ ਉਧਰ ਵਿੱਚ ਇਲਾਕੇ ਦੀ ਹਾਲਤ ਬੜੀ ਮਾੜੀ ਹੋ ਗਈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਨਾ, ਮੇਰੇ ਵੱਲੋਂ ਅੰਦਰ ਬੈਠਾ ਰਿਹਾ, ਕਈ ਮਹੀਨੇ ਘੇਰਾ ਰਿਹਾ। ਅਹਿਮਦ ਸ਼ਾਹ ਅਬਦਾਲੀ ਨੇ, ਇਤਿਹਾਸਕਾਰ ਕਹਿੰਦੇ ਨੇ ਕਿ 50 ਮੀਲ ਤੱਕ ਦਾ ਇਲਾਕਾ ਲਾਹੌਰ ਦੇ ਆਸੇ ਪਾਸੇ ਚਾਰੇ ਪਾਸੇ ਸਾਰਾ ਉਜਾੜ ਦਿੱਤਾ, ਦੀਵਾ ਵੀ ਜਗਦਾ ਨਹੀਂ ਸੀ ਕਿਤੇ। ਤੇ ਹੁਣ ਜਦੋਂ ਸਿੱਖ ਕਹਿ ਰਹੇ ਨੇ ਇਹਨਾਂ ਨੂੰ ਕਿ ਸਾਨੂੰ ਆਪਣੀ ਫਸਲ ਦਾ 5ਵਾਂ ਹਿੱਸਾ ਤੁਸੀਂ ਦੇਣਾ ਹੈ, ਜ਼ਿਆਦਾ ਨਹੀਂ, ਸਿਰਫ 5ਵਾਂ ਹਿੱਸਾ, ਤੇ ਜੇ ਤੁਸੀਂ ਆਪਣੀ ਫਸਲ ਦਾ 5ਵਾਂ ਹਿੱਸਾ ਸਾਨੂੰ ਦਿਓਗੇ ਤੇ ਅਸੀਂ ਲੁੱਟ ਵੀ ਨਹੀਂ ਤੁਹਾਡੇ ਇਲਾਕੇ 'ਚ ਕਰਾਂਗੇ, ਤੁਹਾਡੀ ਰੱਖਿਆ ਵੀ ਕਰਾਂਗੇ, ਤੇ ਜੇ ਹੋਰ ਕੋਈ ਲੁਟੇਰੇ ਜਾਂ ਸਰਕਾਰੀ ਫੌਜ ਆਏਗੀ ਉਹਨਾਂ ਤੋਂ ਵੀ ਅਸੀਂ ਤੁਹਾਨੂੰ ਬਚਾਵਾਂਗੇ। ਇੱਕ ਹੋਰ ਵੀ ਗੱਲ ਹੋ ਗਈ। ਦੂਜੇ ਪਾਸੇ ਨਿੱਤ ਦੇ ਸਰਕਾਰੀ ਮਾਮਲੇ ਸਨ, ਉਗਰਾਹੀਆਂ ਸਨ, ਤੇ ਇੱਥੇ ਸਿੱਖ ਕਹਿ ਰਹੇ ਸਨ ਕਿ ਤੁਸੀਂ ਸਾਨੂੰ 6 ਮਹੀਨੇ ਪਿੱਛੋਂ ਹਾੜੀ ਤੇ ਸੌਣੀ ਇਹਨਾਂ ਫਸਲਾਂ ਦਾ ਹੀ 5ਵਾਂ ਹਿੱਸਾ ਦੇਣਾ, ਅਸੀਂ ਹੋਰ ਤੁਹਾਡੇ ਤੋਂ ਕੁਛ ਨਹੀਂ ਲੈਂਦੇ, ਬਸ ਉਹ ਫਸਲ ਦੇ ਦਿਓ, ਫਸਲ ਵੇਚ ਕੇ ਉਹਦੇ ਪੈਸੇ ਦੇ ਦਿਓ, 5ਵਾਂ ਹਿੱਸਾ ਸਿਰਫ 5%। ਇਹ ਬੜੀ ਵੱਡੀ ਗੱਲ ਸੀ, ਜਿੱਥੇ ਸਾਰਾ ਕੁਝ ਲੁੱਟਿਆ ਜਾ ਰਿਹਾ ਸੀ ਦੇਸ਼ ਦਾ, ਮਤਲਬ ਜੋ ਵੀ ਚੜ੍ਹ ਕੇ ਆਉਂਦਾ ਸੀ ਉਹ ਸਾਰਾ ਕੁਝ ਲੁੱਟ ਕੇ ਲੈ ਜਾਂਦਾ ਸੀ, ਤੇ ਸਿੱਖਾਂ ਨੇ ਤਾਂ ਸਿਰਫ 5ਵਾਂ ਹਿੱਸਾ ਮੰਗਿਆ ਵੀ 100 ਵਿੱਚੋਂ 5 ਰੁਪਏ ਜਿਹੜੇ ਤੁਸੀਂ ਸਾਨੂੰ ਦੇਣੇ ਆ। ਜਿਨ੍ਹਾਂ ਦਾ 100 ਹੀ ਜਾ ਰਿਹਾ ਸੀ, 100% ਹੀ, ਉਹ 100 ਦੇ ਵਿੱਚੋਂ 5% ਦੇਣਾ ਕੋਈ ਮਾੜਾ ਨਹੀਂ ਸੀ ਸਮਝਦੇ। ਉਹਨਾਂ ਨੇ 5ਵਾਂ ਹਿੱਸਾ ਸਿੱਖਾਂ ਨੇ ਸਾਨੂੰ ਦੇਣਾ, ਜੋ ਵੀ ਹਾੜੀ ਸੋਣੀ ਦੇਣਾ ਹੈ, ਰੋਜ਼ ਨਹੀਂ। ਇਹ ਸੁਣ ਕੇ ਜਦੋਂ ਇਹ ਢੰਡੋਰਾ ਕਟਵਾਇਆ ਗਿਆ, ਸੁਣਿਆ, ਤੇ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਸਿੱਖਾਂ ਦੇ ਅਧੀਨ ਆਉਣੇ ਸ਼ੁਰੂ ਹੋ ਗਏ। ਕਹਿੰਦੇ ਹਰ ਇੱਕ ਦੇ ਮਨ ਦੇ ਅੰਦਰ ਇਹ ਗੱਲ ਆਉਣ ਲੱਗ ਪਈ ਵੀ ਕਿਉਂ ਨਾ ਅਸੀਂ ਫਿਰ ਸਿੱਖਾਂ ਦੇ ਅਧੀਨ ਹੋ ਜਾਈਏ, ਅਸੀਂ ਸਿੱਖ ਰਾਜ ਜਿਹੜਾ ਹੈ ਉਹਦੀ ਅਧੀਨਗੀ ਸਵੀਕਾਰ ਕਰ ਲਈਏ। ਇੱਕ ਤੇ ਲੁੱਟ ਖੋਹ ਤੋਂ ਬਚਾਉਣਗੇ ਸਾਨੂੰ, ਦੂਜਾ ਸਾਡੀ ਮਦਦ ਕਰਨਗੇ, ਜਾਨ ਮਾਲ ਦੀ ਮਦਦ ਕਰਨਗੇ, ਰਾਖੀ ਕਰਨਗੇ, ਤੇ ਫਿਰ ਸਾਡੇ ਤੋਂ ਲੈ ਵੀ ਕੀ ਰਹੇ ਨੇ 5ਵਾਂ ਹਿੱਸਾ, ਉਹ ਵੀ ਹਾੜੀ ਤੇ ਸੌਣੀ ਦਾ। ਸਿੱਖ 5ਵਾਂ 100 ਚੋਂ 5 ਰੁਪਏ। ਪਿੰਡਾਂ ਦੇ ਪਿੰਡ ਜਦੋਂ ਇਹ ਢੰਡੋਰਾ ਸਿੱਖਾਂ ਨੇ ਕਟਵਾ ਦਿੱਤਾ ਤੇ ਪਿੰਡਾਂ ਨੇ ਸਿੱਖਾਂ ਦੀ ਅਧੀਨਗੀ ਪ੍ਰਵਾਨ ਕਰ ਲਈ। ਇਸ ਪ੍ਰਬੰਧ ਨੂੰ ਦਲ ਖਾਲਸਾ ਦੀ ਰਾਖੀ ਕਹਿੰਦੇ ਸਨ। ਇਹ ਸਿੱਖ ਇਤਿਹਾਸ ਵਿੱਚ ਲਿਖਿਆ ਹੈ, ਬੂਟੇ ਸ਼ਾਹ ਨੇ ਪਿਆਰੇ ਲਿਖਿਆ, ਅਲੀਉਦੀਨ ਨੇ ਵੀ ਲਿਖਿਆ ਹੈ ਵੀ ਇਹਨੂੰ ਖਾਲਸੇ ਦੀ ਰਾਖੀ ਕਹਿੰਦੇ ਸਨ। ਹੁਣ ਸੁਣਿਓ ਕਿੱਥੇ ਕਿੱਥੇ ਕੀ ਕੀ ਹੋਇਆ, ਥੋੜਾ ਜਿਹਾ ਧਿਆਨ ਨਾਲ। ਦਰਿਆ ਸਤਲੁਜ, ਬਿਆਸ, ਰਾਵੀ ਤੇ ਚਨਾਹ ਦੇ ਦੋਹੀਂ ਪਾਸੇ ਵਸਣ ਵਾਲੇ ਦਲ ਖਾਲਸੇ ਦੀ ਰਾਖੀ ਵਿੱਚ ਆ ਗਏ। ਫਿਰ ਸੁਣਿਓ, ਸਤਲੁਜ ਦੇ ਦੋਵੇਂ ਪਾਸੇ ਵਸਣ ਵਾਲੇ, ਬਿਆਸ ਦੇ, ਰਾਵੀ ਦੇ ਤੇ ਚਨਾਹ ਦੇ ਦੋਵੇਂ ਪਾਸੇ ਵਸਣ ਵਾਲੇ ਜਿਹੜੇ ਲੋਕ ਨੇ ਉਹ ਦਲ ਖਾਲਸਾ ਦੀ ਰਾਖੀ ਵਿੱਚ ਆ ਗਏ। ਕਈ ਟਾਵੇਂ ਪਿੰਡ ਹੀ ਸਨ ਜਿਹੜੇ ਆਕੀ ਰਹਿ ਗਏ। ਸਿੰਘ ਇਲਾਕੇ ਵਿੱਚ ਚੱਕਰ ਲਾਉਂਦੇ ਫਿਰਦੇ ਸਨ,
ਤੇ ਜਿਹੜੇ ਪਿੰਡ ਸਿੱਖਾਂ ਦੇ ਅਧੀਨ ਆ ਗਏ ਉਹਨਾਂ ਦੀ ਰਾਖੀ ਕਰਦੇ ਸਨ ਸਿੱਖ, ਪਰ ਜਿਹੜੇ ਔਖੇ ਹੁੰਦੇ ਸਨ ਅੱਗੋਂ ਉਹਨਾਂ ਨੂੰ ਲੁੱਟਦੇ ਵੀ ਸੀ। ਫਿਰ ਉਹ ਵੀ ਅਧੀਨਗੀ ਸਵੀਕਾਰ ਕਰਨ ਲੱਗ ਪਏ। ਹੁਣ ਉਹਨਾਂ ਦਿਨਾਂ ਵਿੱਚ ਲਾਹੌਰ ਸਰਕਾਰ ਜਿਹੜੀ ਸੀ ਉਹਦੀ ਹਕੂਮਤ ਸ਼ਹਿਰਾਂ ਤੇ ਕਿਲਿਆਂ ਦੀਆਂ ਕੰਧਾਂ ਦੇ ਅੰਦਰ ਹੀ ਰਹਿ ਗਈ ਸੀ, ਕੋਈ ਬਾਹਰ ਨਿਕਲਣ ਵਾਸਤੇ ਤਿਆਰ ਨਹੀਂ ਸੀ ਵੀ ਅਸੀਂ ਮੈਂ ਲਾਹੌਰ ਦਾ ਸੂਬੇਦਾਰ, ਲਾਹੌਰ ਤੇ ਕਬਜ਼ਾ, ਲਾਹੌਰ ਦੇ ਕਿਲੇ ਦੇ ਅੰਦਰ ਬੈਠੇ ਰਹਿਣਾ, ਸ਼ਹਿਰ ਵਿੱਚ ਰਹਿਣਾ, ਤੇ ਬਾਹਰ ਕੀ ਹੋ ਰਿਹਾ ਹੈ ਉਹ ਤੋਂ ਡਰਦਿਆਂ ਸਿੱਖਾਂ ਤੋਂ ਇਹਨਾਂ ਬਾਹਰ ਹੀ ਨਾ ਨਿਕਲਣਾ। ਕੋਈ ਅਫਸਰ ਬਾਹਰ ਨਿਕਲਣ ਦੀ ਦਲੇਰੀ ਨਹੀਂ ਸੀ ਕਰਦਾ, ਜੇ ਕੋਈ ਕਰਦਾ ਸੀ ਤਾਂ ਸਿੰਘਾਂ ਤੋਂ ਕਿਸੇ ਨਾ ਕਿਸੇ ਤਰੀਕੇ ਨੁਕਸਾਨ ਕਰਾ ਕੇ ਵਾਪਸ ਭੱਜ ਜਾਂਦਾ। ਦੁਰਾਨੀ ਜਰਨੈਲ ਜੰਗਬਾਜ਼ ਖਾਨ ਦੇ ਆਉਣ ਉੱਤੇ ਜਦੋਂ ਉਹ ਆਇਆ, ਜ਼ਮੀਲੂਦੀਨ ਲਾਹੌਰ ਦਾ ਖਜ਼ਾਨਾ ਲੈ ਕੇ ਦਿੱਲੀ ਨੂੰ ਭੱਜ ਗਿਆ। ਜੰਗਬਾਜ਼ ਖਾਂ ਆਇਆ ਤੇ ਲਾਹੌਰ ਦਾ ਖਜ਼ਾਨਾ ਚੱਕਿਆ ਜਮੀਲੂਦੀਨ ਨੇ ਤੇ ਦਿੱਲੀ ਨੂੰ ਭੱਜ ਗਿਆ। ਪਰ ਸਿੰਘਾਂ ਨੇ ਕੀ ਕੀਤਾ, ਸਿੱਖਾਂ ਨੂੰ ਪਤਾ ਲੱਗਿਆ ਵੀ ਬੜਾ ਭਾਰੀ ਖਜ਼ਾਨਾ ਲੈ ਕੇ, ਲਾਹੌਰ ਦਾ ਸਾਰਾ ਖਜ਼ਾਨਾ ਲੈ ਕੇ ਜਮੀਲੂਦੀਨ ਭੱਜ ਰਿਹਾ ਹੈ, ਤੇ ਸਿੱਖਾਂ ਨੇ ਉਹਨੂੰ ਨਾ ਸਤਲੁਜ ਨਹੀਂ ਟੱਪਣ ਦਿੱਤਾ। ਇਹ ਦੌੜ ਰਿਹਾ ਸੀ ਫਿਲੌਰ ਤੋਂ ਸਤਲੁਜ ਪਾਰ ਕਰਕੇ, ਤੇ ਇਹਦੇ ਦੌੜਨ ਦਾ ਇਰਾਦਾ ਸੀ ਕਿ ਮੈਂ ਅੱਗੇ ਲੁਧਿਆਣਾ ਹੋ ਕੇ ਤੇ ਦਿੱਲੀ ਵੱਲ ਨੂੰ ਚਲੇ ਜਾਵਾਂ, ਪਰ ਸਿੱਖਾਂ ਨੇ ਇਹਨੂੰ ਸਤਲੁਜ ਨਹੀਂ ਟੱਪਣ ਦਿੱਤਾ। ਫਿਲੌਰ ਦੇ ਕੋਲ ਸਿੱਖਾਂ ਨੇ ਇਹਦਾ ਸਭ ਕੁਝ ਹੀ ਲੁੱਟ ਲਿਆ। ਪੰਥ ਪ੍ਰਕਾਸ਼ ਨੇ ਦਰਜ ਕੀਤਾ ਹੈ, ਸਖਣੀ ਆਪਣੀ ਜਾਨ ਬਚਾ ਕੇ ਜਮੀਲੂਦੀਨ ਜਿਹੜਾ ਉਹ ਦਿੱਲੀ ਨੂੰ ਭੱਜ ਗਿਆ। ਇਹਨੇ ਵੇਖਿਆ ਵੀ ਹੋਰ ਤੇ ਕੋਈ ਹੱਲ ਨਹੀਂ ਹੈਗਾ, ਮੇਰੀ ਜਾਨ ਹੀ ਬਚ ਜਾਏ ਇੰਨੀ ਬੜੀ ਹੈ, ਤੇ ਦਿੱਲੀ ਨੂੰ ਦੌੜ ਗਿਆ। ਕਹਿੰਦੇ ਮੁਲਕ ਰਾਖੀ ਵਿੱਚ ਲੈ ਕੇ ਦਲ ਖਾਲਸਾ ਨੇ ਆਪਣੇ ਜੱਥੇ ਇਲਾਕਿਆਂ ਵਿੱਚ ਵੰਡ ਦਿੱਤੇ। ਪੰਜਾਬ ਮੁਲਕ ਇਹਨੂੰ ਰਾਖੀ ਵਿੱਚ ਲੈ ਲਿਆ ਤੇ ਜੱਥਿਆਂ ਨੂੰ, ਬੜੇ ਵੇਖੋ ਕਿੱਡੀ ਤਰਤੀਬ ਦੇ ਨਾਲ ਸਿੱਖ ਚਲਾ ਰਹੇ ਨੇ। ਸਿੱਖਾਂ ਨੇ ਨਾ ਆਪਣੇ ਇਲਾਕੇ ਵੰਡ ਲਏ, ਜੱਥਿਆਂ ਨੂੰ ਵੰਡ ਦਿੱਤਾ ਉਹਨਾਂ ਇਲਾਕਿਆਂ ਵਿੱਚ, ਜੋ ਫਿਰ ਕੇ ਉਹਨਾਂ ਇਲਾਕਿਆਂ ਦੀ ਰਾਖੀ ਕਰਨ ਲੱਗ ਪਏ। ਹੁਣ ਕਿਹੜੇ ਕਿਹੜੇ ਕਿੱਥੇ ਸਨ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ। ਸਰਦਾਰ ਕਰੋੜਾ ਸਿੰਘ ਤੇ ਬਾਬਾ ਦੀਪ ਸਿੰਘ ਸ਼ਹੀਦ। ਬਾਬਾ ਦੀਪ ਸਿੰਘ ਜਿਹਦਾ ਨਾਮ ਜਿਹੜਾ ਹੈ ਉਹ ਕਿਸੇ ਜਾਣਕਾਰੀ ਦੀ ਮੁਤਾਜੀ ਨਹੀਂ ਰੱਖਦਾ। ਕਹਿੰਦੇ ਸਰਦਾਰ ਕਰੋੜਾ ਸਿੰਘ ਤੇ ਬਾਬਾ ਦੀਪ ਸਿੰਘ ਸ਼ਹੀਦ ਦੇ ਜੱਥੇ ਸਤਲੁਜ ਤੋਂ ਦੱਖਣ ਵੱਲ ਚਲੇ ਗਏ। ਇਹਨਾਂ ਨੂੰ ਉਹ ਇਲਾਕਾ ਦੇ ਦਿੱਤਾ ਗਿਆ। ਸਿੰਘਪੁਰੀਏ ਤੇ ਆਲੂਵਾਲੀਏ ਜਿਹੜੇ ਨੇ ਉਹ ਦਰਿਆ ਘਾਰੇ ਦਾ ਅਰਥ ਹੈ ਬਿਆਸ ਤੇ ਸਤਲੁਜ ਦੇ ਮਿਲਾਪ, ਜਿਹੜਾ ਹਰੀਕੇ ਉਹ ਥੱਲੇ ਵਾਲਾ ਏਰੀਆ ਹੈ, ਦੋਵੇਂ ਪਾਸੇ ਹਰੀਕੇ ਸਤਲੁਜ ਤੇ ਬਿਆਸ ਇਕੱਠਾ ਹੁੰਦਾ ਹੈ। ਇਹਦੇ ਦੋਵੇਂ ਪਾਸੇ ਦੇ ਜਿਹੜੇ ਇਲਾਕੇ ਸਨ ਉਹ ਸਿੰਘਪੁਰੀਏ ਤੇ ਆਲੂਵਾਲੀਏ ਨੂੰ ਦੇ ਦਿੱਤੇ ਗਏ ਵੀ ਤੁਸੀਂ ਇੱਥੇ ਰਾਖੀ ਕਰਨੀ ਹੈ। ਨਕਈ ਮਿਸਲ ਦੇ ਹਵਾਲੇ ਨੱਕੇ ਦਾ ਇਲਾਕਾ, ਜਿਹਦੇ ਵਿੱਚ ਚੂਣੀਆਂ ਤਹਿਸੀਲ ਤੇ ਉਸਦੇ ਨਾਲ ਦਾ ਜਿਹੜਾ ਵੀ ਇਲਾਕਾ ਸੀ, ਇਹ ਨਕਈ ਮਿਸਲ ਦੇ ਹਵਾਲੇ ਕਰ ਦਿੱਤਾ ਗਿਆ। ਸਰਦਾਰ ਜੈ ਸਿੰਘ ਘਨਈਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ, ਇਹਨਾਂ ਦੋਨਾਂ ਨੂੰ ਰਿਆੜਕੀ ਵਿੱਚ ਨਿਯਤ ਕੀਤਾ। ਸਰਦਾਰ ਚੜ੍ਹਤ ਸਿੰਘ ਸ਼ੁਕਰਾਚਕੀਆ ਤੇ ਸਰਦਾਰ ਹਰੀ ਸਿੰਘ ਭੰਗੀ, ਇਹ ਦੁਆਬ ਰਚਨਾ, ਭਾਵ ਰਾਵੀ ਤੇ ਚਨਾਹ ਦਾ ਜਿਹੜਾ ਵਿਚਕਾਰਲਾ ਹਿੱਸਾ ਹੈ ਨਾ, ਤੇ ਦੁਆਬਾ ਝੱਜ ਚਨਾਹ ਤੇ ਜਿਹਲਮ ਦੇ ਵਿਚਕਾਰਲਾ, ਇਹ ਇਹਨਾਂ ਨੂੰ ਦੇ ਦਿੱਤਾ ਗਿਆ, ਇੱਥੇ ਕਾਬਜ਼ ਹੋ ਗਏ। ਨਿਸ਼ਾਨਾ ਵਾਲੀ ਮਿਸਲ ਤੇ ਡੱਲੇ ਵਾਲੀ ਮਿਸਲ ਅੰਮ੍ਰਿਤਸਰ ਰਹੀਆਂ। ਦੋ ਮਿਸਲਾਂ ਨੂੰ ਕਿਸੇ ਹੋਰ ਪਾਸੇ ਨਹੀਂ ਤੋਰਿਆ, ਦੋ ਮਿਸਲਾਂ ਨੂੰ ਅੰਮ੍ਰਿਤਸਰ ਰੱਖ ਲਿਆ ਗਿਆ। ਕਿੱਡੇ ਤਰੀਕੇ ਨਾਲ ਜਥੇਬੰਦਕ ਢਾਂਚਾ ਜਿਹੜਾ ਉਹ ਤਿਆਰ ਕੀਤਾ ਗਿਆ ਵੀ ਕਿਹੜਾ ਕਿਹੜਾ ਇਲਾਕਾ ਕਿੰਨੇ ਸੇਫ ਰੱਖਣਾ ਹੈ, ਤੇ ਕਿੱਡੀ ਸਿੱਖਾਂ ਨੇ ਦਲੇਰੀ ਵਿਖਾਈ ਜਾਂ ਕਿੱਡੀ ਸੋਚ ਰੱਖੀ ਕਿ ਦੋ ਮਿਸਲਾਂ ਨੇ, ਨਿਸ਼ਾਨਾ ਵਾਲੀ ਮਿਸਲ ਤੇ ਡੱਲੇ ਵਾਲੀ ਮਿਸਲ ਅੰਮ੍ਰਿਤਸਰ ਰਹੀਆਂ। ਇਹ ਪੱਕੀਆਂ ਹੀ ਅੰਮ੍ਰਿਤਸਰ ਇਹਨਾਂ ਦੇ ਟਿਕਾਣੇ ਬਣਾਤੇ। ਇਹਦਾ ਕਾਰਨ ਸੀ ਕਿ ਜੇ ਕਿਤੇ ਵੀ ਕਿਸੇ ਜਗ੍ਹਾ ਤੇ ਕਿਸੇ ਨੂੰ ਲੋੜ ਪਵੇ ਤੇ ਇਹ ਦੋ ਮਿਸਲਾਂ ਜਿਹੜੀਆਂ ਹੈ ਉਹਦੀ ਮਦਦ ਦੇ ਵਾਸਤੇ ਉਸ ਪਾਸੇ ਨੂੰ ਤੁਰ ਪੈਣ। ਇਹ ਨਾ ਹੋਵੇ ਵੀ ਇੱਕ ਆਪਣਾ ਇਲਾਕਾ ਛੱਡ ਕੇ ਤੇ ਦੂਜੇ ਦੇ ਇਲਾਕੇ ਵੱਲ ਚਲੀ ਜਾਵੇ ਤੇ ਉਹਦੇ ਇਲਾਕੇ ਤੇ ਕੋਈ ਹੋਰ ਕਬਜ਼ਾ ਕਰ ਲਏ। ਸਭ ਆਪਣੇ ਆਪਣੇ ਇਲਾਕੇ ਵਿੱਚ ਰਹਿਣਗੀਆਂ ਸਾਰੀਆਂ ਮਿਸਲਾਂ, ਜਿਹੜੇ ਇਲਾਕੇ ਉਹਨੂੰ ਵੰਡੇ ਗਏ। ਤੇ ਬਾਕੀ ਇਹ ਦੋ ਮਿਸਲਾਂ ਅੰਮ੍ਰਿਤਸਰ, ਵੀ ਕਿਸੇ ਨੂੰ ਵੀ ਲੋੜ ਪਵੇ ਤੇ ਇਹ ਮਿਸਲ, ਦੋਨੋਂ ਮਿਸਲਾਂ ਉੱਥੇ ਜਾ ਕੇ ਉਹਦੀ ਮਦਦ ਕਰਨ। ਹੁਣ ਇਹਨਾਂ ਦਿਨਾਂ ਵਿੱਚ ਪੰਜਾਬ ਦੇ ਬੜੇ ਜਿਹੜੇ ਬਹੁਤੇ ਉਪਜਾਊ ਇਲਾਕੇ ਸਨ ਉਹਦੇ ਤੇ ਸਿੱਖਾਂ ਨੇ ਆਪਣਾ ਕਬਜ਼ਾ ਕਰ ਲਿਆ, ਆਪਣੇ ਰਾਜ ਦੇ ਅਧੀਨ ਲੈ ਲਿਆ। ਇਹ ਇਲਾਕਾ ਛੇਤੀ ਇੱਕ ਮਜ਼ਬੂਤ ਸਿੱਖ ਰਾਜ ਵਿੱਚ ਬਦਲ ਗਿਆ। ਸ਼ਾਇਦ ਇਸ ਤੋਂ ਅੱਗੇ ਕੁਝ ਹੋਰ ਵੀ ਹੋ ਜਾਂਦਾ, ਪਰ ਹੋਇਆ ਕੀ, ਉਹਨਾਂ ਦਿਨਾਂ ਵਿੱਚ ਹੀ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਰਾਹ ਵਿੱਚ ਆ ਗਿਆ। ਇੱਥੇ ਇਹ ਸਮਾਂ ਉਹ ਸੀ ਜਦੋਂ ਅਬਦਾਲੀ ਨੇ
अपना चौथा हमला किया सी अब्दाली ने हिंदुस्तान के उपर। ये बड़ा वड्डा हमला सी, चौथा हमला। इत्थे बड़ा कुछ होया, इतिहास तुसीं बड़ी बार सुनिया, पर आपां इहनूं तरीकां दे हिसाब नाल, नावां दे हिसाब नाल चंगी तरह विचारना है। कहंदे होया कि अब्दाली दे चौथे, ये चौथा हमला सी। अब्दाली आ गया, उन्हें फिर सारे देश च एक बारी भाजना पातियां अब्दाली दे हमले करके। इस वार अहमद शाह अब्दाली नूं सद्दण वाला सी नजीबुद्दौला, मुराद बेगम ते दिल्ली दा बादशाह आलमगीर दूजा। आलमगीर दूजा उस वेले दिल्ली दा बादशाह सी। इहनूं सद्दण वालियां विच मुराद बेगम भी सी, मीर मन्नू दी घर वाली, एक नजीबुद्दौला सीगा। अब्दाली 15 नवंबर 1756 ईस्वी नूं पेशावर तो तुरिया है ते 20 दसंबर नूं लाहौर पहुंच गया। 15 नवंबर नूं चलिया पेशावर तो ते 20 दसंबर नूं, 1 महीना ते 5 दिन लाहौर पहुंच गया। इत्थे 12 दिन रहा वो लाहौर। 20 दसंबर नूं पहुंचिया ते 1 जनवरी तक लगभग आपां कह सकते हैं कि वो इत्थे ही रहा। वो 12 दिन लाहौर रहा ते उत्थों अमीरां कोलों नजराने लए उन्हें बड़े। राह विचला सारा इलाका लुट लिया उन्हें। अब्दाली ने जहान खान नूं जलंधर दबाब वल भेज दिता। जहान खान फिर मैं दस दियां, ਉਹੀ ਜਿਹਦਾ ਬਾਬਾ ਦੀਪ ਸਿੰਘ ਨਾਲ ਮੁਕਾਬਲਾ ਹੋਣਾ ਹੈ ਅੱਗੇ ਜਾ ਕੇ। ਇਹਨੂੰ ਜਲੰਧਰ ਦੇ ਦਬਾਬੇ ਵੱਲ ਭੇਜ ਦਿੱਤਾ। ਅਦੀਨਾ ਬੇਗ ਜਿਹੜਾ ਸੀ ਉਹ ਡਰਦਾ ਹਾਂਸੀ ਹਿਸਾਰ ਵੱਲ ਨੂੰ ਦੌੜ ਗਿਆ ਤੇ ਜਹਾਨ ਖਾਨ ਨੇ ਸਾਰਾ ਦੁਆਬਾ ਲੁੱਟ ਕੇ ਤਬਾਹ ਕਰ ਦਿੱਤਾ। ਅਦੀਨਾ ਬੇਗ ਸੀ ਜਲੰਧਰ ਦਾ ਸੂਬੇਦਾਰ। ਅਦੀਨਾ ਬੇਗ ਤੇ ਡਰ ਕੇ ਹਿਸਾਰ ਨੂੰ ਭੱਜ ਗਿਆ, ਉਹਨੇ ਮੁਕਾਬਲਾ ਨਹੀਂ ਕੀਤਾ। ਅਸਲ 'ਚ ਇਹਨਾਂ ਦਾ ਡਰ ਹੀ ਇੰਨਾ ਕੁ ਸੀ ਅਬਦਾਲੀ ਦਾ ਇਸ ਦੇਸ਼ ਦੇ ਅੰਦਰ कि अब्दाली का मुकाबला करने वास्ते कोई हिम्मत ही नहीं सी करदा। ते सिख की करते सन ये हुण आएगा। अब्दाली किसी तो नहीं, अब्दाली किसी तो डरदा नहीं सी ते सिख इहदे तो नहीं डरदे सन। की होया कि इन्हें सारा दवाबा जहान खान ने रज के लुटिया, सारा दवाबा तबाह कर दिता। अदीना बेग हांसी छड्ड के सने परिवार फिर कांगड़े के पहाड़ों में जाके लुक गया। कांगड़े का भी किला है जिहड़ा बाबा बंदा सिंह बहादुर ने भी जित्तिया सी, बड़ा वड्डा किला है। किते समा मिले ते कांगड़े दे उस किले नूं देखियो जरूर। एक पासे बहुत डूंगी, बहुत ही डूंगी खाई, उहदे एक पासे बड़ा मजबूत, बड़ा तगड़ा किला कांगड़े शहर दे विच बनिया है। ये डरदा अपना परिवार लैके अदीना बेग जिहड़ा है कांगड़े दे किले वल नूं चला गया, दौड़ गया, उत्थे जाके पहाड़ां विच लुक गया। कहंदे लाहौर तो अब्दाली सीधा दिल्ली वल चल पिया। 10 जनवरी 1751 ਨੂੰ मैं तुहानूं दस्सिया 1 जनवरी तक लगभग लाहौर सी। 10 जनवरी 1751 ਨੂੰ दरिया सतलुज ने पार किया। तुरदा गया ते मुराद बेगम ਨੂੰ करनाल आके मिली। करनाल आके मुराद बेगम नाल ਉਹਦਾ मिलाप होया ते नजीबुद्दौला नरेला ਦੇ ਕੋਲ, नरेला ਅੱਜ ਦਿੱਲੀ ਦੇ ਵਿੱਚ 16 जनवरी ਨੂੰ मिलिया। ਵੇਖੋ 10 जनवरी ਨੂੰ ਨੇ दरिया पार किया सतलुज। मुराद बेगम इनू करनाल मिली। नजीबुद्दौला सदन वाले ने यह नरेला कोल 16 जनवरी नूं। 19 जनवरी नूं दिल्ली का वजीर गाजीउद्दीन अब्दाली के कैंप विच हाजिर होया। 19 जनवरी नूं ते 20 जनवरी नूं कैद कर लिया गया। 8 दिनों के बाद 28 जनवरी 1757 ईस्वी नूं अब्दाली दिल्ली विच दाखिल होया। 28 जनवरी नूं 1757 ये चौथा हमला अब्दाली का। इस बार पेशावर तो तुर के दिल्ली तक, पेशावर लाहौर, लाहौर तो अगे सरहंद भी आया, फिर दिल्ली तक जांदियां एक भी गोली इनू नहीं चलाउणी पई। जां मैं ये शब्द वरतां कि किसी की हिम्मत नहीं पई इस चौथे हमले के अंदर के अहमद शाह अब्दाली का मुकाबला कर सके। मीर मन्नू बड़े जबरदस्त तरीके नाल अब्दाली नाल लड़दा रहा, पर फिर उन्हें अधीनगी मान ली सी, हार गया सी। क्योंकि इस चौथे हमले के अंदर इनू किसी ने नहीं रोकिया, एक भी गोली जिहड़ी वो इनू चलाउणी नहीं पई। इस चौथे हमले दे विच दिल्ली विच वड़दियां ही उन्हें शहर नूं लुटना शुरू करता। मुराद बेगम वेखो, मैनू हैरानी हुंदी है मुराद बेगम का जो भी जिक्र आउंदा है, जां मैं जो भी मुराद बेगम का जिहड़ा जीवन पढ़दा, सचमुच ही मैनू बड़ी हैरानी हुंदी इस गल दी। जो कुछ मुराद बेगम ने कीता ना, वो शायद
ਇੱਕ ਔਰਤ ਮੁਰਾਦ ਬੇਗਮ, ਫਿਰ ਦੱਸਦੇ ਆ, ਮੀਰ ਮਨੂੰ ਦੀ ਘਰ ਵਾਲੀ ਸੀ। ਇੱਕ ਔਰਤ ਦਾ ਦਿਲ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ ਕਦੇ ਵੀ। ਮੁਰਾਦ ਬੇਗਮ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਦੱਸ ਕੇ ਵੀ ਫਲਾਣਾ ਇੰਨਾ ਅਮੀਰ ਏ, ਇਹਨੂੰ ਲੁੱਟ, ਫਲਾਣਾ ਇੰਨਾ ਅਮੀਰ ਏ, ਕੱਲਾ ਕੱਲਾ ਘਰ ਮੁਰਾਦ ਬੇਗਮ ਨੇ ਦੱਸਿਆ ਦਿੱਲੀ ਦਾ। ਤੇ ਮੁਰਾਦ ਬੇਗਮ ਦੇ ਦੱਸੇ ਤੇ ਅਹਿਮਦ ਸ਼ਾਹ ਅਬਦਾਲੀ ਨੇ ਕੱਲਾ ਕੱਲਾ ਅਮੀਰਾਂ ਦਾ ਘਰ ਜਿਹੜਾ ਆਪਣੀ ਮਨ ਮਰਜ਼ੀ ਨਾਲ ਲੁੱਟਿਆ ਹੈ, ਮਨ ਮਰਜ਼ੀ ਦਾ। ਇੱਥੋਂ ਤੱਕ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ, ਮੁਰਾਦ ਬੇਗਮ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਇੱਥੋਂ ਤੱਕ ਦੱਸਿਆ ਕਿ ਕਿਸ ਅਮੀਰ ਘਰ ਦੇ ਅੰਦਰ ਕਿੰਨੀਆਂ ਕੁੜੀਆਂ ਜਵਾਨ ਨੇ। ਤੁਸੀਂ ਸੁਣ ਕੇ ਹੈਰਾਨ ਰਹੋਗੇ ਵੀ ਇੱਕ ਔਰਤ ਇਸ ਤਰ੍ਹਾਂ ਦਾ ਕਰਮ, ਇਸ ਤਰ੍ਹਾਂ ਦਾ ਕੰਮ ਜਿਹੜਾ ਉਹ ਕਿਵੇਂ ਕਰ ਸਕਦੀ ਹੈ। ਅਹਿਮਦ ਸ਼ਾਹ ਅਬਦਾਲੀ ਨੂੰ ਦੱਸਿਆ ਗਿਆ ਵੀ ਇਸ ਅਮੀਰ ਘਰ ਵਿੱਚ ਇੰਨੀਆਂ ਔਰਤਾਂ, ਇੰਨੀਆਂ ਕੁੜੀਆਂ ਜਵਾਨ ਨੇ, ਤੇ ਇਹਨੇ ਆਪ ਦੱਸ ਕੇ ਉਹਨਾਂ ਔਰਤਾਂ ਨੂੰ ਚਕਵਾਇਆ ਉੱਥੋਂ, ਉਹਨਾਂ ਲੜਕੀਆਂ ਨੂੰ ਚਕਵਾਇਆ ਉੱਥੋਂ। ਤੁਸੀਂ ਹੈਰਾਨ ਰਹੋਗੇ ਇਸ ਗੱਲ ਨੂੰ ਸੁਣ ਕੇ। ਮੈਂ ਵੀ ਜਦੋਂ ਅਸੀਂ ਪੜ੍ਹਦੇ ਹਾਂ ਤੇ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤੇ ਮਨ ਵਿੱਚ ਸੱਚਮੁੱਚ ਹੀ ਇਹ ਬੜਾ ਰੋਸ ਹੁੰਦਾ ਹੈ ਵੀ ਕਿਸ ਤਰ੍ਹਾਂ ਦੇ ਲੋਕ ਨੇ, ਕਿਸ ਤਰ੍ਹਾਂ ਦੀਆਂ ਇਹ ਆਪ ਬੇਗਮਾਂ ਨੇ, ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਵੀ ਤੁਸੀਂ ਸਮਝ ਰਹੇ ਹੋ ਮੇਰੀ ਗੱਲ। ਬੜੀਆਂ ਲੜਕੀਆਂ, ਬੜੀਆਂ ਔਰਤਾਂ ਨੇ ਜ਼ਹਿਰ ਖਾ ਕੇ ਆਪਣੀਆਂ ਜਾਨਾਂ ਦੇ ਦਿੱਤੀਆਂ, ਖੂਹਾਂ ਵਿੱਚ ਛਾਲ ਮਾਰ ਮਾਰ ਮਰ ਗਏ। ਬੜੀਆਂ ਔਰਤਾਂ, ਬੜੀਆਂ ਲੜਕੀਆਂ ਨੂੰ ਬੇਪਤ ਕੀਤਾ ਗਿਆ ਉੱਥੇ। ਇੱਕ 16 ਸਾਲ ਦੀ ਲੜਕੀ ਨੂੰ ਇਹਨੇ ਆਪਣੇ ਘਰ ਹੀ ਔਰਤ ਬਣਾ ਕੇ ਰੱਖਿਆ ਹੈ। ਕੱਲ ਨੂੰ ਆਪਾਂ ਵਿਚਾਰਨਾ ਹੈ ਕਿ ਦਿੱਲੀ ਦੇ ਅੰਦਰ ਕੀ ਕੁਝ ਉੱਥੇ ਕੀਤਾ ਗਿਆ, ਕੀ ਹਾਲਾਤ ਜਿਹੜੇ ਉਹ ਦਿੱਲੀ ਦੇ ਅੰਦਰ ਬਣੇ ਸਨ। ਇਹ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਚੌਥਾ ਹਮਲਾ ਹੈ ਅਬਦਾਲੀ ਦਾ। ਅਬਦਾਲੀ ਨੂੰ ਪਿਸ਼ਾਵਰ ਤੋਂ ਲੈ ਕੇ ਤੇ ਦਿੱਲੀ ਤੱਕ ਜਾਂਦੇ ਆ, ਪਿਸ਼ਾਵਰ ਆਇਆ, ਲਾਹੌਰ ਆਇਆ, ਸੂਬਾ ਸਰਹੰਦ ਆਇਆ, ਦਿੱਲੀ ਤੱਕ ਜਾਂਦੇ ਆ, ਇੱਕ ਵੀ ਗੋਲੀ ਨਹੀਂ ਚਲਾਉਣੀ ਪਈ। ਡਰਦੇ ਸਭ ਇਹਦਾ ਰਾਹ ਛੱਡ ਕੇ ਪਾਸੇ ਹੁੰਦੇ ਗਏ। ਇਹ ਦਿੱਲੀ ਵਿੱਚ ਵੜਿਆ, ਬੜੀ ਕਤਲੇਆਮ ਇਹਨੇ ਦਿੱਲੀ ਵਿੱਚ ਕੀਤਾ, ਬਹੁਤ ਕਤਲੇਆਮ ਆਪਣੇ ਚੌਥੇ ਹਮਲੇ ਵਿੱਚ ਇਹਨੇ ਦਿੱਲੀ ਵਿੱਚ ਕੀਤਾ। ਦਿੱਲੀ ਨੂੰ ਲੁੱਟਿਆ ਵੀ, ਦਿੱਲੀ ਨੂੰ ਕੁੱਟਿਆ ਵੀ, ਦਿੱਲੀ ਦੇ ਅੰਦਰ ਵੜ ਕੇ ਬੜੀਆਂ ਔਰਤਾਂ ਨੂੰ ਬੇਪਤ, ਲੜਕੀਆਂ ਨੂੰ ਬੇਪਤ ਕੀਤਾ ਗਿਆ। ਹੁਣ ਇਹ ਵੀ ਸਾਰੀ ਘਟਨਾ ਤੇ ਅੱਗੇ ਜਦੋਂ ਇਹ ਵਾਪਸ ਜਾ ਰਿਹਾ ਹੈ ਤੇ ਫਿਰ ਸਿੱਖ ਇਹਦਾ ਵਾਪਸੀ ਤੇ ਮੁੜਦਿਆਂ ਕੀ ਹਸ਼ਰ ਕਰਦੇ ਨੇ ਸਿੱਖ ਇਹਦਾ, ਇਹ ਵੀ ਆਪਾਂ ਵਿਚਾਰਨਾ। ਕੱਲ ਨੂੰ ਇਹ ਸਾਰਾ ਆਪਾਂ ਵਿਚਾਰਾਂਗੇ ਕਿ ਅਹਿਮਦ ਸ਼ਾਹ ਅਬਦਾਲੀ ਦਾ ਚੌਥਾ ਹਮਲਾ। ਇੱਧਰ ਭਾਵੇਂ ਸਿੰਘ ਜਿਹੜੇ ਨੇ ਉਹ ਕਾਫੀ ਮਜ਼ਬੂਤ ਨੇ, ਸਿੱਖਾਂ ਨੇ ਇੱਕ ਵਾਰ ਲਗਭਗ ਕਾਫੀ ਪੰਜਾਬ ਤੇ ਕਬਜ਼ਾ ਵੀ ਕਰ ਲਿਆ ਸੀ, ਪਰ ਅਬਦਾਲੀ ਦੇ ਇਸ ਹਮਲੇ ਨੇ ਥੋੜਾ ਜਿਹਾ ਇੱਕ ਵਾਰੀ ਬੈਕਫੁੱਟ ਤੇ ਸਿੱਖਾਂ ਨੂੰ ਲੈ ਆਂਦਾ। ਹੁਣ ਕੀ ਕੁਝ ਅੱਗੇ ਵਾਪਰਦਾ ਹੈ ਇਤਿਹਾਸ ਵਿੱਚ, ਕਿਵੇਂ ਦਿੱਲੀ ਵਿੱਚ ਜੋ ਕੁਝ ਹੋਏਗਾ, ਇਹ ਆਪਾਂ ਕੱਲ ਦੀ ਕਲਾਸ ਦੇ ਅੰਦਰ ਵਿਚਾਰਾਂ ਦੀ ਕੋਸ਼ਿਸ਼ ਕਰਿਆ ਕਰੋ ਕਿ ਇਹ ਸਮਾਂ ਵਾਰ-ਵਾਰ ਨਹੀਂ ਮਿਲਦਾ, ਕਿਉਂਕਿ ਸਿੱਖ ਰਾਜ ਕਿਵੇਂ ਬਣਿਆ, ਸਿੱਖਾਂ ਨੇ ਕਿਵੇਂ ਆਪਣੀ ਤਾਕਤ ਨੂੰ ਮਜ਼ਬੂਤ ਕੀਤਾ, ਤੇ ਜਿਹਨੂੰ ਰੋਕਣ ਵਾਸਤੇ ਇਸ ਹਿੰਦੁਸਤਾਨ ਦੇ ਅੰਦਰ ਕੋਈ ਵੀ ਤਿਆਰ ਨਹੀਂ ਸੀ, ਉਹਨੂੰ ਸਿੱਖਾਂ ਨੇ ਕਿਵੇਂ ਰੋਕਿਆ। ਉਸ ਅਹਿਮਦ ਸ਼ਾਹ ਅਬਦਾਲੀ ਨੂੰ ਆਪਾਂ ਕੱਲ ਨੂੰ ਵਿਚਾਰਨਾ ਹੈ। ਸੋ ਸਤਿਗੁਰੂ ਰਹਿਮਤ ਕਰਨ। ਅੱਜ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ ਜੀ। ਬੇਅੰਤ ਭੁੱਲਾਂ ਦੀ ਖਿਮਾ, ਅਖੀਰ ਤੇ ਕਰੋ ਗੁਰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।